ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਪਿਆਰੇ ਗੁਰੂ ਸਵਾਰੇ ਗੁਰਮੁਖ ਜਨੋ, ਸਿੱਖ ਮਿਸ਼ਨਰੀ ਕਾਲਜ ਵੱਲੋਂ ਚੱਲ ਰਹੀ ਰੋਜ਼ਾਨਾ ਆਨਲਾਈਨ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਲਗਭਗ 2 ਸਾਲਾਂ ਤੋਂ ਆਪਾਂ ਲਗਾਤਾਰ ਆਨਲਾਈਨ ਜੁੜਦੇ ਹਾਂ ਔਰ ਰੋਜ਼ ਹੀ ਵੱਖ-ਵੱਖ ਵਿਸ਼ਿਆਂ ਦੇ ਉੱਤੇ ਆਪ ਜੀ ਦੇ ਨਾਲ ਗੁਰੂ ਦੀਆਂ ਗੱਲਾਂ ਸਾਂਝੀਆਂ ਕਰਦੇ ਹਾਂ। 2 ਹਫ਼ਤੇ ਪਹਿਲਾਂ ਅਸੀਂ ਭਗਤ ਕਬੀਰ ਜੀ ਦੀ ਬਾਣੀ 52 ਅੱਖਰੀ ਗੋੜੀ ਪੂਰਬੀ ਕਬੀਰ ਜੀਓ ਕੀ 52 ਅੱਖਰੀ ਉਹ ਅਸੀਂ ਆਰੰਭ ਕੀਤੀ ਸੀ। ਇਹਦੀ ਵਿਚਾਰ ਦੀ ਸੇਵਾ ਕਰ ਰਹੇ ਹਨ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਲੁਧਿਆਣਾ। ਅੱਜ ਕੱਖਾ ਅੱਖਰ ਤੋਂ ਅਗਲੀ ਵਿਚਾਰ ਆਰੰਭ ਹੋਣੀ ਹੈ। ਬੇਨਤੀ ਕਰਦਾ ਹਾਂ ਕਿ ਪਹਿਲੀਆਂ 7 ਪੌੜੀਆਂ ਦੀ ਸੰਖੇਪ ਦੇ 2-4 ਮਿੰਟ ਲਾ ਕੇ ਵਿਚਾਰ ਸਾਡੇ ਨਾਲ ਸਾਂਝੀ ਕਰ ਲੈਣ। ਉਸ ਤੋਂ ਬਾਅਦ ਅੱਜ ਦੀ ਵਿਚਾਰ ਸ਼ੁਰੂ ਕਰਨ ਜੀ। ਗਿਆਨੀ ਅੰਮ੍ਰਿਤਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਚੇਅਰਮੈਨ ਸਰਦਾਰ ਹਰਜੀਤ ਸਿੰਘ ਜੀ ਅਤੇ ਉਹਨਾਂ ਦੇ ਸਮੂਹ ਵਿਦਵਾਨਾਂ ਦੀ ਟੀਮ, ਇਸ ਕਲਾਸ ਨਾਲ ਜੁੜੀਆਂ ਹੋਈਆਂ ਸਾਰੀਆਂ ਸੰਗਤਾਂ ਨੂੰ ਬਹੁਤ ਹੀ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਜੀ ਦੀ ਬਾਣੀ 52 ਅੱਖਰੀ ਦੀ ਅਸੀਂ ਵਿਚਾਰ ਕਰ ਰਹੇ ਹਾਂ, ਜਿਹਦੇ ਵਿੱਚ ਭਗਤ ਕਬੀਰ ਜੀ ਨੇ ਅੱਖਰਾਂ ਨੂੰ ਲੈ ਕੇ, ਜਿਹਦੇ ਵਿੱਚ ਭਾਰਤ ਦੀ ਸਭ ਤੋਂ ਜ਼ਿਆਦਾ ਅੱਖਰਾਂ ਵਾਲੀ ਲਿਪੀ ਸੰਸਕ੍ਰਿਤ ਨੂੰ ਲੈ ਕੇ ਸਤਿਗੁਰੂ ਪਾਤਸ਼ਾਹ ਜੀ ਦਾ ਉਪਦੇਸ਼ ਗਿਆਨ ਸਾਡੇ ਸਾਹਮਣੇ ਰੱਖਿਆ ਹੈ, ਸਾਨੂੰ ਉਪਦੇਸ਼ ਕੀਤਾ ਹੈ। ਜ਼ਿਆਦਾ ਤੋਂ ਜ਼ਿਆਦਾ 52 ਅੱਖਰ ਵਾਲੀ ਲਿਪੀ ਹੋ ਸਕਦੀ ਹੈ। ਜਿੰਨੇ ਵੀ ਅੱਖਰ ਨੇ, ਇਹਦਾ ਭਾਵ ਹੈ ਟੋਟਲ ਕੁੱਲ, ਜਿਵੇਂ ਅਸੀਂ ਕਹਿੰਦੇ 24 ਘੰਟੇ ਭਾਵ ਸਾਰਾ ਹੀ ਸਮਾਂ, 7 ਦਿਨ ਭਾਵ ਸਾਰਾ ਹੀ ਸਮਾਂ। ਇਸੇ ਤਰ੍ਹਾਂ 52 ਹੀ ਅੱਖਰ ਮੈਨੇ ਸਾਰੇ ਹੀ ਅੱਖਰ। ਇਹਨਾਂ 52 ਅੱਖਰਾਂ ਦੇ ਵਿੱਚ ਭਗਤ ਕਬੀਰ ਜੀ ਨੇ ਬੜਾ ਬੇਸਿਕ ਜਿਹਾ ਇੱਕ ਸਿਧਾਂਤ ਦਿੱਤਾ ਹੈ ਕਿ ਸਾਡੇ ਅੱਖਰ ਮਿਟ ਜਾਣਗੇ, ਪਰ ਸਾਡੇ ਅੱਖਰਾਂ 'ਚ ਉਹ ਅੱਖਰ ਨਹੀਂ ਹਨ ਜਿਹੜੇ ਪ੍ਰਭੂ ਨੂੰ ਬਿਆਨ ਕਰ ਸਕਣ, ਪ੍ਰਭੂ ਦੀ ਕੁਦਰਤ ਨੂੰ ਬਿਆਨ ਕਰ ਸਕਣ। 52 ਅੱਖਰ ਲੋਕ ਤ੍ਰੈ ਸਭ ਕਛ ਇਨਹੀ ਮਾਹੇ, ਇਹ ਅੱਖਰ ਖਿਰ ਜਾਏਂਗੇ, ਉਹ ਅੱਖਰ ਇਨ ਮੈਂ ਨਾਹੀਂ। ਔਰ ਜਦੋਂ ਵੀ ਬੋਲਿਆ ਜਾਏਗਾ ਉਦੋਂ ਅੱਖਰ ਵਰਤੇ ਹੀ ਜਾਣਗੇ, ਔਰ ਜਿੱਥੇ ਬੋਲ ਨਹੀਂ ਹੈ ਉੱਥੇ ਅੱਖਰਾਂ ਦੀ ਲੋੜ ਨਹੀਂ ਹੈ। ਭਾਵ ਆਪਣੀ ਗੱਲਬਾਤ ਪਹੁੰਚਾਉਣ ਲਈ, ਸੁੱਖ ਦੁੱਖ ਸਾਂਝੇ ਕਰਨ ਦੇ ਲਈ ਅੱਖਰਾਂ ਦੀ ਲੋੜ ਪੈਂਦੀ ਹੀ ਪੈਂਦੀ ਹੈ। ਔਰ ਇਸ ਤੋਂ ਇਲਾਵਾ ਭਗਤ ਜੀ ਨੇ ਜਦੋਂ ਪ੍ਰਭੂ ਦੀ ਤੇ ਪ੍ਰਭੂ ਦੀ ਕੁਦਰਤ ਦੇ ਵਰਣਨ ਦਾ ਜ਼ਿਕਰ ਕੀਤਾ, ਪ੍ਰਭੂ ਦਾ ਜ਼ਿਕਰ, ਪ੍ਰਭੂ ਦੀ ਕੁਦਰਤ ਦਾ ਜ਼ਿਕਰ, ਤੇ ਉਦੋਂ ਬੜਾ ਸਪਸ਼ਟ ਕਹਿ ਦਿੱਤਾ ਕਿ ਪ੍ਰਭੂ ਦੇ ਬਾਰੇ ਸਾਡੇ ਅੱਖਰ ਕਹਿ ਹੀ ਨਹੀਂ ਸਕਦੇ, ਅੰਤ ਪਾ ਹੀ ਨਹੀਂ ਸਕਦੇ, ਤੇ ਪ੍ਰਭੂ ਦੀ ਕੁਦਰਤ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਹਾਂ, ਮਾਣਿਆ ਜ਼ਰੂਰ ਜਾ ਸਕਦਾ ਹੈ। ਅਲਹ ਲਹੋਂ ਤੂੰ ਕਿਆ ਕਹੂੰ, ਕਹੂੰ ਤਾਂ ਕੋਪਕਾਰ, ਬਟਕ ਬੀਜ ਮੈਂ ਰਵ ਰਹਿਓ, ਜਾਕੋ 3 ਲੋਕ ਵਿਸਥਾਰ। ਇਹ ਤੇ ਇਸ ਤਰ੍ਹਾਂ ਹੈ ਮੰਨੋ ਜਿਵੇਂ ਬੀਜ ਦੇ ਅੰਦਰ ਬੋਰ ਸਮਾਇਆ ਹੋਇਆ ਹੈ ਤੇ ਬੋਰ ਦੇ ਜ਼ਰੇ ਜ਼ਰੇ ਵਿੱਚ ਬੀਜ ਹੈ। ਕਿਵੇਂ ਅੰਤ ਪਾਇਆ ਜਾ ਸਕੇਗਾ? ਅੰਤ ਨਹੀਂ ਪੈ ਸਕਦਾ। ਸਿਰਫ ਉਹਨੂੰ ਮਾਣਿਆ ਜਾ ਸਕਦਾ ਹੈ, ਪ੍ਰਭੂ ਤੇ ਪ੍ਰਭੂ ਦੇ ਸੰਸਾਰ ਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਅਲਹ ਲਹੰਤਾ ਭੇਦ ਛੈ, ਕਛ ਕਛ ਪਾਇਓ ਭੇਦ, ਉਲਟ ਭੇਦ ਮਨ ਭੇਦਿਓ, ਪਾਇਓ ਅਪੰਗ ਅਛੇਦ। ਹੁਣ ਜਦੋਂ ਪ੍ਰਭੂ ਨੂੰ ਲੱਭਣ ਦਾ ਯਤਨ ਕੀਤਾ ਔਰ ਯਤਨ ਕਰਦਿਆਂ ਕਰਦਿਆਂ ਦੁਬਿਧਾ ਖਤਮ ਹੋ ਗਈ। ਉਲਟ ਭੇਦ ਮੈਨੇ ਉਹ ਭੇਦ, ਉਹ ਦੁਬਿਧਾ ਉਲਟ ਗਈ, ਖਤਮ ਹੋ ਗਿਆ। ਮਨ ਭੇਦਿਓ, ਮਨ ਵਿੰਨਿਆ ਗਿਆ। ਹੁਣ ਸਮਝ ਪੈ ਗਈ ਕਿ ਪ੍ਰਭੂ ਤੇ ਸਾਰਿਆਂ ਵਿੱਚ ਹੀ ਹੈ, ਉਹ ਤੇ ਬਟਕ ਬੀਜ ਮੈਂ ਰਵ ਰਿਓ ਦੀ ਤਰ੍ਹਾਂ ਹੀ ਹੈ, ਸੰਸਾਰ ਵਿੱਚ ਹੀ ਹੈ, ਸੰਸਾਰ ਤੋਂ ਬਾਹਰ ਨਹੀਂ ਹੈ। ਇਸ ਕਰਕੇ ਜਦੋਂ ਅਸੀਂ ਗੁਰੂ ਦੇ ਗਿਆਨ ਨੂੰ ਪੜ੍ਹਦੇ ਹਾਂ ਤੇ ਇਹਨਾਂ ਚੀਜ਼ਾਂ ਦੀ ਸਮਝ ਲੱਗਦੀ ਹੈ। ਮਨ ਸਮਝਾਵਣਕਾਰ ਨੇ ਕਛੂਅਕ ਪੜ੍ਹਿਆ ਗਿਆਨ। ਫਿਰ ਨਾਲ ਹੀ ਇਹ ਵੀ ਬੜਾ ਸਪਸ਼ਟ ਕਰ ਦਿੱਤਾ ਕਿ ਕ੍ਰਿਤ ਜਿਹੜੀ ਹੈ ਉਹ ਪ੍ਰਭੂ ਨਹੀਂ ਹੈ। ਜਿਹੜਾ ਪ੍ਰਭੂ ਕਿਸੇ ਨੂੰ ਬਣਾ ਕੇ ਮਿਟਾ ਦਿੰਦਾ ਹੈ ਉਹ ਜੀਵ ਰੱਬ ਨਹੀਂ ਹੋ ਸਕਦਾ। ਓੰਕਾਰ ਆਤ ਮੈਂ ਜਾਨਾ, ਮੈਂ ਉਹਨੂੰ ਪ੍ਰਭੂ ਮੰਨਦਾ ਜਿਹੜਾ ਮੁੱਢ ਹੈ ਕਾਇਨਾਤ ਦਾ,
लिख अर मिटे ताहे ना माना। और उस किसी भी मनुख नूं मैं रब दा अवतार नहीं समझदा कि रब संसार ते उतर आया किसी अवतार के रूप च, इस तरह नहीं मैं मनदा, बल्कि मैं उन्होंने मनदा जिहड़ा सारियां चीज़ां दा मुੱਢ है। ओंकार लखै जो कोई सोई लख मिटना ना होई। जिहड़ी असीं पिछली 7वें पद दी विचार कीती है, कक्का किरण कमल मैं पावा, सस विगास संपट नहीं आवा। जदों गुरु दे ज्ञान दी किरण, गुरु रूपी सूरज दे ज्ञान दी किरण जिहड़ी है हिरदे रूपी कमल दे विच पै जाए ते उदों की हुंदा है, जिंदगी विच खेड़ा आ जांदा है। फिर चंद्रमा दे चढ़िया कमल दा फुल ते मुरझा जांदा है, पर मेरा हिरदा जिहड़ा हुण मुरझांदा नहीं, उस गुरुमुख दा हिरदा मुरझांदा नहीं है, जिहदे उपर गुरु दे ज्ञान दी एक बार किरण पै गई, सस विगास संपट नहीं आवा। अर्जे तां कुसुम रस पावा, अकह कहां कह का समझावा। ते जिवें भवरा फुल ते बैठ के रस माणदा है ते उस रस नूं दा आनंद ते माणदा है, पर ਉਹਦਾ ਬਿਆਨ नहीं कर सकदा। खेड़े की अवस्था का मैं भी आनंद मान सका, अकह कहां कह का समझावा, ते वो रस जिहड़ा है वो बयान तो परे है। मैं किवें समझावां उस आनंद नूं कि जदों मैं उस आनंद नूं मान लैंदा हां। किहड़ा आनंद? जिहदे विच गुरु दा ज्ञान हिरदे विच आ जांदा है, जीवन विचों डर परेशानियां चिंता फिक्र मुक जांदे ने, जिंदगी विच सुख शांति आ जांदी है, प्रसन्नता आ जांदी है, खेड़ा आ जांदा है। वो ऐसी आनंद की अवस्था है जिहदा बयान नहीं किया जा सकता। इस तो अगे हुण असीं अज दी इह विचार खखे अखर तो आरंभ करन जा रहे हां। भगत कबीर जी ने महरामत की, खखा यह खोड़ मन आवा। ते अज दी इह विचार असीं आरंभ करन तो पहला बहुत ही प्यार सहित फतेह नाल सांझ पाइए जी। वाहिगुरू जी का खालसा, वाहिगुरू जी की फतेह। खखा यह खोड़ मन आवा। खखे अखर दे राही भगत कबीर जी उपदेश दिंदे हन। खोड़ यह मैंने इस मन नूं जिन्हों ज्ञान की किरण प्राप्त हो चुकी है। खोड़ मन आवा, खोड़ का मतलब हुंदा है आत्मा स्वरूप, स्वै स्वरूप, निज घर। खोड़ आम तौर पर असीं भाषा च कहने आ टोए नूं, गुफा नूं, घर नूं। जिवें कोई कह दिंदा है कि यह रुख दे विच एक खोड़ है जिहदे विच पंछी रहिंदे ने, पंछियां ने खोड़ नूं घर बना लिया। जिवें दंदां विच कीड़े ने घर बना लिया तो असीं कह दित्ता खोड़, दंदां विच खोड़ पै गई। खोड़ मैंने घर, हिरदा घर, जां प्रभु दे चरनां दे विच, जां इह मन जिहनूं ज्ञान की किरण प्राप्त हो चुकी है, उस स्वै घर विच टिक गया। जिन्हों सतगुरु जी आखदे ने थिर घर बैसो हर जन प्यारे। हे हरि दे प्यारे जन, निज घर विच टिक जाओ। हुण की होया? जदों गुरु दे ज्ञान की किरण प्राप्त हुई, उस ज्ञान दे सदका यह दौड़दा होया मन निज घर विच टिक गया। खखा यह खोड़ मन आवा। खखे अखर दे राही भगत जी उपदेश करते हैं कि यह मन स्वै रूप खोड़ विच आके टिक गया, प्रभु चरनां विच टिक गया, अपने मूल विच टिक गया, रब नूं मिल गया। मन तू जोत स्वरूप है, अपना मूल पछाण। हुण इन्हें अपने मूल नूं पछाण लिया, समझ पै गई मन हर जी तेरे नाल है। उते उत्ते प्रभु ते तेरे नाल है, हुण तैनूं किते दौड़न दी लोड़ नहीं प्रभु नूं खोज वास्ते। मन हर जी तेरे नाल है, गुरमती रंग मान। गुरु दी मत लै किस गल नूं समझ जा ते प्रभु दे आनंद नूं मान लै। निज घर विच टिक जा, घर विच ही प्रभु है। फिर की हुंदा है? जदों मन प्रभु विच मिल जांदा है ते की हुंदा है? खोड़े छाड़ ना दह दिस धावा। खोड़े छाड़ मैंने प्रभु चरनां नूं छड्ड के, निज घर नूं छड्ड के, स्वै आनंद स्वरूप नूं छड्ड के दसां दिशावां विच भटकदा नहीं। खोड़ा छाड़ ना दह दिस धावा। हुण दसां दिशावां च भटकदा नहीं है। हुण ये मन दसां दिशावां च दौड़दा नहीं है, टिक जांदा है। क्यों? क्योंकि इहनूं आनंद प्राप्त हो गया। निज घर विच टिक के इहनूं खुशी मिल गई, जिंदगी की मंजिल प्राप्त हो गई। हुण जीवन का मनोरथ पूरा हो गया। इन्नी खुशी वाली आनंद वाली अवस्था मिल गई, इन्नी प्रसन्नता वाली स्टेज प्राप्त हो गई।
ਹੁਣ ਮਨ ਉਸ ਆਨੰਦ ਨੂੰ ਛੱਡ ਕੇ ਦਸਾਂ ਦਿਸ਼ਾਵਾਂ ਵੱਲ ਦੌੜਦਾ ਨਹੀਂ ਹੈ। ਆਮ ਮਨੁੱਖ ਦਾ ਮਨ ਜਿਹੜਾ ਨਾ ਉਹ ਦਸਾਂ ਦਿਸ਼ਾਵਾਂ ਵੱਲ ਦੌੜੀ ਜਾਂਦਾ ਹੈ। ਕਿਤੇ ਕਾਮ ਕ੍ਰੋਧ ਵੱਲ ਦੌੜ ਰਿਹਾ ਹੈ, ਕਿਤੇ ਲੋਭ ਵੱਲ ਜਾਂਦਾ ਹੈ, ਕਿਤੇ ਹੰਕਾਰ ਵੱਲ ਜਾਂਦਾ ਹੈ, ਵਿਸ਼ਿਆਂ ਵਿਕਾਰਾਂ ਵੱਲ ਜਾਂਦਾ ਹੈ, ਨਿੰਦਿਆ ਚੁਗਲੀ ਦੇ ਵਿੱਚ ਖਚਤ ਹੋ ਜਾਂਦਾ ਹੈ, ਜਾਂ ਕਦੀ ਈਰਖਾ ਵਿੱਚ, ਕਦੀ ਨਫ਼ਰਤ ਦੇ ਵਿੱਚ। ਇਹ ਮਨ ਵਿਕਾਰਾਂ 'ਚ ਭਟਕਦਾ ਫਿਰਦਾ ਹੈ। ਸ਼ੁਭ ਗੁਣਾਂ 'ਚ ਦਾ ਮਨ ਟਿਕਦਾ ਨਹੀਂ ਹੈ। ਬਹੁ ਗਿਣਤੀ ਦੀ ਹਾਲਤ ਇਹ ਹੈ, ਮਨ ਝੂਠ ਵਿੱਚ ਤੇ ਟਿਕ ਜਾਂਦਾ ਹੈ, ਸੱਚ ਵਿੱਚ ਟਿਕਦਾ ਨਹੀਂ ਹੈ। ਨਿੰਦਿਆ ਚੁਗਲੀ 'ਚ ਤੇ ਬੜਾ ਰਸ ਲੈਂਦਾ ਹੈ, ਸਿਫਤ ਸਲਾਹ ਦੇ ਵਿੱਚੋਂ ਰਸ ਨਹੀਂ ਲੈਂਦਾ। ਇਹਦਾ ਮਨ ਦੇ ਦਸਾਂ ਦਿਸ਼ਾਵਾਂ 'ਚ ਦੌੜਨ ਦਾ ਕਾਰਨ ਕੀ ਹੈ? ਮਨ ਦੇ ਦਸਾਂ ਦਿਸ਼ਾਵਾਂ 'ਚ ਦੌੜਨ ਦਾ ਕਾਰਨ ਹੈ ਕਿ ਇਹਦੇ ਕੋਲ ਕੋਈ ਗੋਲ ਨਹੀਂ ਹੈ, ਇਹਦੀ ਜ਼ਿੰਦਗੀ ਦਾ ਇੱਕ ਮਨੋਰਥ ਨਹੀਂ ਹੈ, ਇਹਦਾ ਕੋਈ ਏਮ ਨਹੀਂ ਹੈ। ਜਿਸ ਬੰਦੇ ਦਾ ਕੋਈ ਏਮ ਨਾ ਹੋਵੇ, ਸੋਚੋ ਉਸ ਬੰਦੇ ਦੀ ਸੋਚ ਕੈਸੀ ਹੋਏਗੀ। ਜਿਹਦਾ ਗੋਲ ਹੀ ਕੋਈ ਨਹੀਂ ਜ਼ਿੰਦਗੀ ਵਿੱਚ, ਉਹਦੀ ਬੋਲਬਾਣੀ ਕਿੱਦਾਂ ਦੀ ਹੋਏਗੀ, ਉਹਦਾ ਵਿਹਾਰ ਕਿੱਦਾਂ ਦਾ ਹੋਏਗਾ? ਜਿੱਦਾਂ ਦਾ ਚਾਹੇ ਬੋਲ ਦੇਗਾ, ਕਿਉਂਕਿ ਗੋਲ ਨਹੀਂ ਹੈ, ਏਮ ਨਹੀਂ ਹੈ ਨਾ, ਮੈਂ ਬੋਲਣਾ ਕਿਵੇਂ ਹੈ। ਵਿਹਾਰ ਜਿਹਦਾ ਜ਼ਿੰਦਗੀ ਦਾ ਗੋਲ ਨਹੀਂ ਹੈ, ਉਹ ਜਿਸ ਤਰ੍ਹਾਂ ਦਾ ਮਰਜ਼ੀ ਵਿਹਾਰ ਕਰੇਗਾ, ਕਿਸੇ ਨਾਲ ਚੰਗਾ ਕਰ ਦੇਗਾ, ਕਿਸੇ ਨਾਲ ਬੁਰਾ ਕਰ ਦੇਗਾ। ਉਹਨੂੰ ਪਤਾ ਹੀ ਨਹੀਂ ਲੱਗੇਗਾ ਖੁਸ਼ੀ ਕੀ ਹੈ, ਆਨੰਦ ਕੀ ਹੈ, ਕਿਉਂਕਿ ਗੋਲ ਨਹੀਂ ਹੈ, ਉਹਦਾ ਏਮ ਨਹੀਂ, ਉਹਦਾ ਕੋਈ ਮਨੋਰਥ ਨਹੀਂ, ਲਕਸ਼ ਨਹੀਂ ਹੈ। ਉਦਾਹਰਨ ਦੇ ਤੌਰ ਤੇ ਦਰਿਆ ਦੇ ਵਿੱਚ ਕਿਸ਼ਤੀ ਜਿਹੜੀ ਹੈ, ਜੇ ਕਿਸ਼ਤੀ 'ਚ ਮਲਾਹ ਨਾ ਹੋਵੇ, ਚੱਪੂ ਨਾ ਹੋਵੇ, ਤੇ ਦਰਿਆ ਵਿੱਚ ਉਹ ਕਿਸ਼ਤੀ ਡੋਲਦੀ ਫਿਰਦੀ ਹੈ। ਉਹ ਜਿਹੜੀ ਕਿਸ਼ਤੀ ਹੈ, ਕਦੀ ਲਹਿਰਾਂ ਉਹਨੂੰ ਖਿੱਚ ਕੇ ਸੱਜੇ ਪਾਸੇ ਲੈ ਜਾਂਦੀਆਂ ਨੇ, ਕਦੀ ਲਹਿਰਾਂ ਉਹਨੂੰ ਰੋੜ ਕੇ ਖੱਬੇ ਪਾਸੇ ਲੈ ਜਾਂਦੀਆਂ ਨੇ, ਕਦੀ ਕਿਤੇ ਲੈ ਜਾਂਦੀਆਂ ਨੇ। ਉਹ ਕਿਸ਼ਤੀ ਡੋਲਦੀ ਫਿਰਦੀ ਹੈ ਦਰਿਆ ਵਿੱਚ। ਜਿਸ ਬੰਦੇ ਦੀ ਜ਼ਿੰਦਗੀ ਦਾ ਕੋਈ ਗੋਲ ਨਹੀਂ ਹੈ, ਕੋਈ ਮਨੋਰਥ ਨਹੀਂ ਹੈ, ਉਸ ਬੰਦੇ ਦੀ ਜ਼ਿੰਦਗੀ ਵੀ ਭਟਕਦੀ ਹੈ, ਉਹਦਾ ਮਨ ਵੀ ਭਟਕਦਾ ਫਿਰਦਾ ਹੈ। ਸਾਡਾ ਗੋਲ ਕੋਈ ਨਹੀਂ ਹੈ, ਸਾਡੀ ਜ਼ਿੰਦਗੀ ਦਾ ਮਨੋਰਥ ਕੋਈ ਨਹੀਂ ਹੈ। ਸਾਡੀ ਜ਼ਿੰਦਗੀ ਵਿੱਚ ਕੀ ਹੈ? ਕਦੀ ਮਨ ਕੀਤਾ ਸੌਂ ਗਏ, ਕਦੀ ਮਨ ਕੀਤਾ ਉੱਠ ਗਏ, ਕਦੀ ਮਨ ਕੀਤਾ ਤੇ ਕੰਮ ਤੇ ਚਲੇ ਗਏ, ਨਹੀਂ ਮਨ ਕੀਤਾ ਤੇ ਘਰੇ ਸੋਫੇ ਤੇ ਬੈਠ ਕੇ ਟੀਵੀ ਦੇਖਣ ਲੱਗ ਪਏ, ਕਦੀ ਕੁਝ ਕਰਨ ਲੱਗ ਪਏ। ਕੋਈ ਪੱਕਾ ਏਮ ਨਹੀਂ, ਕੋਈ ਨਿਸ਼ਾਨਾ ਨਹੀਂ ਹੈ ਜ਼ਿੰਦਗੀ ਦਾ। ਜੋ ਮਨ ਵਿੱਚ ਆਇਆ ਸੀ ਕਰਦੇ ਆ। ਇਹਨੂੰ ਕਹਿੰਦੇ ਨੇ ਮਨ ਦੌੜਦਾ ਹੈ, ਭਟਕਦਾ ਹੈ, ਕਿਉਂਕਿ ਜ਼ਿੰਦਗੀ 'ਚ ਨਿਸ਼ਾਨਾ ਕੋਈ ਨਹੀਂ। ਪਰ ਜੇਕਰ ਉਸ ਡੋਲਦੀ ਭਟਕਦੀ ਕਿਸ਼ਤੀ ਦੇ ਵਿੱਚ ਮਲਾਹ ਆ ਕੇ ਬਹਿ ਜਾਏ, ਉਹਦੇ ਹੱਥ ਵਿੱਚ ਚੱਪੂ ਹੋਵੇ, ਤੇ ਉਹ ਕੀ ਕਰਦਾ ਹੈ? ਉਹ ਚੱਪੂ ਚਲਾ ਕੇ ਕਿਸ਼ਤੀ ਨੂੰ ਇੱਕ ਦਿਸ਼ਾ ਵੱਲ ਲੈ ਕੇ ਜਾਂਦਾ ਹੈ, ਦੂਸਰੇ ਕਿਨਾਰੇ ਤੇ ਪਹੁੰਚਾ ਦਿੰਦਾ ਹੈ। ਇਸੇ ਤਰ੍ਹਾਂ ਜਦੋਂ ਜ਼ਿੰਦਗੀ ਵਿੱਚ ਕੋਈ ਏਮ ਬਣ ਜਾਂਦਾ ਹੈ, ਕੋਈ ਨਿਸ਼ਾਨਾ, ਗੋਲ ਬਣ ਜਾਂਦਾ ਹੈ ਕਿ ਮੇਰੀ ਜ਼ਿੰਦਗੀ ਦਾ ਮਨੋਰਥ ਇਹ ਹੈ, ਮੈਂ ਜ਼ਿੰਦਗੀ ਵਿੱਚ ਬਹੁਤ ਮਿੱਠਾ ਬੋਲ ਕੇ ਦਿਖਾਵਾਂਗਾ, ਮੈਂ ਜ਼ਿੰਦਗੀ ਵਿੱਚ ਆਪਣੇ ਘਰ ਨੂੰ ਸਾਫ਼ ਸੁਥਰਾ ਕਰਕੇ ਦਿਖਾਵਾਂਗਾ, ਮੈਂ ਜ਼ਿੰਦਗੀ ਵਿੱਚ ਇਮਾਨਦਾਰੀ ਵਰਤ ਕੇ ਦਿਖਾਵਾਂਗਾ, ਮੈਂ ਜ਼ਿੰਦਗੀ 'ਚ ਸਿਰਫ ਸੱਚ ਹੀ ਬੋਲਾਂਗਾ, ਮੇਰੀ ਜ਼ਿੰਦਗੀ ਦਾ ਨਿਸ਼ਾਨਾ ਹੈ ਸੱਚ, ਮੈਂ ਜ਼ਿੰਦਗੀ ਵਿੱਚ ਦੁਨੀਆ ਨੂੰ ਆਨੰਦ ਦਿਆਂਗਾ, ਖੁਸ਼ੀ ਦਿਆਂਗਾ। ਜਦੋਂ ਕੋਈ ਮਨੁੱਖ ਆਪਣੀ ਜ਼ਿੰਦਗੀ ਦਾ ਗੋਲ ਬਣਾ ਲੈਂਦਾ ਹੈ, ਗੁਰੂ ਦੇ ਗਿਆਨ ਨੂੰ ਲੈ ਕੇ ਉਹ ਇੱਕ ਦਿਸ਼ਾ ਵੱਲ ਸਫ਼ਰ ਕਰਦਾ ਹੈ, ਉਦੋਂ ਫਿਰ ਦਸਾਂ ਦਿਸ਼ਾਵਾਂ 'ਚ ਮਨ ਦੌੜਦਾ ਨਹੀਂ ਹੈ। ਇਹੀ ਕਾਰਨ ਗੁਰੂ ਦੇ ਗਿਆਨ ਦੀ ਕਿਰਨ ਨੇ ਕੀ ਕੀਤਾ? ਇਸ ਮਨ ਨੂੰ ਇੱਕ ਦਿਸ਼ਾ ਦੇ ਦਿੱਤੀ। ਹੁਣ ਇਹ ਇੱਕ ਨਿੱਜ ਘਰ ਵਿੱਚ ਟਿਕ ਗਿਆ, ਇੱਕ ਪ੍ਰਭੂ ਇਹਦਾ ਗੋਲ ਬਣ ਗਿਆ ਕਿ ਮੇਰੀ ਜ਼ਿੰਦਗੀ ਦਾ ਨਿਸ਼ਾਨਾ ਹੈ ਪ੍ਰਭੂ, ਮੈਂ ਪ੍ਰਭੂ ਤੱਕ ਪਹੁੰਚਣਾ ਹੈ। ਹੁਣ ਪ੍ਰਭੂ ਤੱਕ ਪਹੁੰਚਣ ਦਾ ਜੀਵਨ ਦਾ ਮਨੋਰਥ ਹੈ। ਬਾਕੀ ਦਸਾਂ ਦਿਸ਼ਾਵਾਂ ਦੀਆਂ ਦੌੜਾਂ ਖਤਮ ਹੋ ਗਈਆਂ। ਖੱਖਾ ਇਹ ਹੈ ਖੋੜ ਮਨ ਆਵਾ, ਖੋੜੇ ਛਾੜ ਨਾ ਦਹਿ ਦਿਸਤਾਵਾ। ਹੁਣ ਉਸ ਖੋੜ ਨੂੰ, ਉਸ ਮੰਜ਼ਿਲ ਨੂੰ, ਉਸ ਆਨੰਦ ਨੂੰ ਛੱਡ ਕੇ ਦਸਾਂ ਦਿਸ਼ਾਵਾਂ 'ਚ ਦੌੜਦਾ ਨਹੀਂ ਹੈ। ਗੁਰੂ ਦੇ ਗਿਆਨ ਦੇ ਰਾਹੀਂ ਉਹਨੂੰ ਖੇੜਾ ਆ ਗਿਆ, ਉਹ ਆਨੰਦ ਨੂੰ ਮਾਣਦਾ ਹੈ, ਉਹਦਾ ਮਨ ਪ੍ਰਭੂ ਚਰਨਾਂ 'ਚ ਟਿਕ ਜਾਂਦਾ ਹੈ। ਉਹਦੀ ਸੋਚ ਉਹਨੂੰ ਛੱਡ ਕੇ ਦਸਾਂ ਦਾ ਪਾਸੇ ਦੌੜਦੀ ਨਹੀਂ ਹੈ, ਉਹਦੀ ਸੋਚ ਵਿੱਚ ਇੱਕ ਪ੍ਰਭੂ ਟਿਕ ਗਿਆ, ਕਿਉਂਕਿ ਜ਼ਿੰਦਗੀ ਦਾ ਮਨੋਰਥ ਹੀ ਪ੍ਰਭੂ ਬਣ ਗਿਆ। ਖੁਸ਼ੀਆਂ ਤੇ ਖੇੜੇ ਉਹਦੇ ਜੀਵਨ ਦਾ ਹਿੱਸਾ ਬਣ ਜਾਂਦੇ ਨੇ। ਖਸਮੈ ਜਾਣ ਖਿਮਾਕਰ ਰਹੇ। ਖਿਮਾਕਰ, ਖਿਮਾ ਪਲੱਸ ਆਕਰ, ਆਕਰ ਦਾ ਮਤਲਬ ਖਾਣ, ਖਿਮਾ ਦੀ ਖਾਣ। ਖਾਣ ਮੈਨੇ ਘਰ, ਸੋਮਾ ਜਿੱਥੋਂ ਬਹੁਤ ਸਾਰੀਆਂ ਚੀਜ਼ਾਂ ਨਿਕਲਦੀਆਂ ਨੇ। ਇਹ ਲੋਹੇ ਦੀ ਖਾਣ ਹੈ, ਇਹਦੇ ਚ ਲੋਹਾ ਨਿਕਲਦਾ ਹੈ। ਇਹ ਅਬਰਕ ਦੀ ਖਾਣ ਹੈ, ਇਹਦੇ ਵਿੱਚ ਅਬਰਕ ਨਿਕਲਦਾ ਹੈ। ਇਹ ਕੋਇਲੇ ਦੀ ਖਾਣ ਹੈ, ਤੋਂ ਕੋਇਲਾ ਨਿਕਲਦਾ ਹੈ। ਇਹ ਸੋਨੇ ਦੀ ਖਾਣ ਹੈ, ਸੋਨਾ ਨਿਕਲਦਾ ਹੈ। ਪਰ ਇਹ ਖਿਮਾ ਦੀ ਖਾਣ ਹੈ, ਖਿਮਾ ਦਾ ਸੋਮਾ। ਖਿਮਾਕਰ, ਖਿਮਾ ਪਲੱਸ ਆਕਰ, ਖਿਮਾ ਦੀ ਖਾਣ, ਦਇਆ ਦੀ ਖਾਣ, ਕਿਸੇ ਨੂੰ ਬਖਸ਼ ਦੇਣ ਦਾ ਸੋਮਾ, ਉਹ ਹੈ ਪ੍ਰਭੂ। ਖਸਮੈ ਜਾਣ, ਖਸਮ ਨੂੰ ਜਾਣ, ਖਸਮ ਨਾਲ ਸਾਂਝ ਪਾ ਕੇ, ਖਸਮ ਨੂੰ ਜਾਣ ਕੇ ਖਿਮਾਕਰ ਰਹੇ,
ਖਿਮਾ ਕਰਨ ਨਾਲ ਟਿਕਿਆ ਰਹਿੰਦਾ ਹੈ, ਖਿਮਾ ਕਰਨ ਦੇ ਨਾਲ ਜੁੜ ਜਾਂਦਾ ਹੈ। ਜਦੋਂ ਅੰਦਰੋਂ ਖੇੜਾ ਆ ਜਾਂਦਾ ਹੈ, ਉਦੋਂ ਫਿਰ ਮਨੁੱਖ ਦੀ ਜ਼ਿੰਦਗੀ 'ਚ ਖਿਮਾ ਵੀ ਆ ਜਾਂਦੀ ਹੈ। ਜਦੋਂ ਗਿਆਨ ਆ ਜਾਂਦਾ ਹੈ, ਉਦੋਂ ਬਖਸ਼ਿੰਦਗੀ ਆ ਜਾਂਦੀ ਹੈ। ਜਦੋਂ ਜ਼ਿੰਦਗੀ 'ਚ ਕਾਮਨ ਸੈਂਸ ਆ ਜਾਂਦੀ ਹੈ, ਗੁਰੂ ਦਾ ਉਪਦੇਸ਼ ਆ ਜਾਂਦਾ ਹੈ, ਰੱਬੀ ਗੁਣ ਆ ਜਾਂਦੇ ਨੇ, ਤੇ ਉਹਨਾਂ ਗੁਣਾਂ ਨੂੰ ਜਾਣ ਕੇ ਆਨੰਦ ਤੇ ਮਾਣਦਾ ਹੀ ਹੈ। ਖਸਮੈ ਜਾਣ ਖਿਮਾਕਰ ਰਹੇ। ਜਦੋਂ ਫਿਰ ਉਸ ਪ੍ਰਭੂ ਨੂੰ ਜਾਣਦਾ ਹੈ, ਅੰਦਰ ਬਾਹਰ ਵਸਦੇ ਪ੍ਰਭੂ ਨੂੰ ਜਾਣ ਲੈਂਦਾ ਹੈ, ਫਿਰ ਖਿਮਾਕਰ ਵਿੱਚ ਟਿਕ ਜਾਂਦਾ ਹੈ। ਜੇ ਬਾਹਰ ਪ੍ਰਭੂ ਵਸਦਾ ਹੈ, ਵਧੀਕੀ ਕਿਹਦੇ ਤੇ ਕਰੇਗਾ? ਬੁਰਾ ਕਿਹਦਾ ਕਰੇਗਾ? ਖਿਮਾ ਕੀ ਹੈਗਾ? ਖਿਮਾ ਹੈ ਆਪਣੇ ਨਾਲ ਗਲਤ ਕਰਨ ਵਾਲੇ ਨੂੰ ਮੁਆਫ ਕਰ ਦੇਣਾ। ਯਾਦ ਰੱਖਿਓ, ਕਮਜ਼ੋਰ ਹੋ ਕੇ ਕਿਸੇ ਨੂੰ ਮਾਫ ਕਰ ਦੇਣਾ, ਚੁੱਪ ਰਹਿਣਾ, ਇਹ ਕੋਈ ਬਹੁਤ ਵੱਡਾ ਗੁਣ ਨਹੀਂ ਹੈ, ਪਰ ਇਹ ਬੜਾ ਵੱਡਾ ਗੁਣ ਹੈ। ਕੋਈ ਸੂਰਬੀਰ ਤਕੜਾ ਹੋ ਕੇ ਬਦਲਾ ਲੈਣ ਦੀ ਸ਼ਕਤੀ ਰੱਖਦਿਆਂ ਹੋਇਆਂ ਵੀ ਕਿਸੇ ਨੂੰ ਮਾਫ ਕਰ ਦੇਵੇ, ਫਿਰ ਬਹੁਤ ਵੱਡਾ ਗੁਣ ਹੈ ਇਹ। ਸਰੀਰਕ ਤਾਕਤ ਇੱਥੋਂ ਨਾਪੀ ਜਾਂਦੀ ਹੈ ਕਿ ਆਦਮੀ ਕਿੰਨਾ ਮੋਟਾ ਤਾਜ਼ਾ, ਕਿੰਨਾ ਤੰਦਰੁਸਤ ਤੇ ਕਿੰਨਾ ਵਜ਼ਨ ਚੁੱਕ ਸਕਦਾ ਹੈ। ਪਰ ਮਨ ਦੀ ਤਾਕਤ ਇੱਥੋਂ ਨਾਪੀ ਜਾਂਦੀ ਹੈ ਕਿ ਕੋਈ ਕਿਸੇ ਨੂੰ ਕਿੰਨਾ ਬਰਦਾਸ਼ਤ ਕਰ ਸਕਦਾ ਹੈ। ਤਾਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ, ਤੂੰ ਭੋਜਨ ਦਾ ਵਰਤ ਤੇ ਰੱਖ ਲੈਣਾ ਕਿ ਮੈਂ ਅੱਜ ਭੋਜਨ ਨਹੀਂ ਕਰਨਾ। ਕਦੀ ਖਿਮਾ ਦਾ ਵਰਤ ਰੱਖ, ਅੱਜ ਸਾਰਾ ਦਿਨ ਮੈਂ ਮੁਆਫ ਕਰਨਾ ਹੈ, ਦੁਸ਼ਮਣ ਨੂੰ ਮੁਆਫ ਕਰ ਦੇਣਾ ਹੈ। ਉਹ ਮਾਫੀ ਤੇਰੀ ਦੁਸ਼ਮਣੀ ਖਤਮ ਕਰ ਦੇਗੀ। ਅੱਜ ਮੈਂ ਆਪਣੀ ਜ਼ਿੰਦਗੀ 'ਚ ਸੰਤੋਖ ਧਾਰਨ ਕਰਨਾ ਹੈ, ਉਹ ਸੰਤੋਖ ਤੇਰੇ ਲਾਲਚ ਨੂੰ ਖਤਮ ਕਰ ਦੇਗਾ। ਮੈਂ ਉੱਚੇ ਸੁੱਚੇ ਜੀਵਨ ਵਾਲਾ ਰਹਿਣਾ ਹੈ, ਤੇਰਾ ਨੀਵਾਂ ਕਿਰਦਾਰ ਮੁੱਕ ਜਾਏਗਾ। ਖਿਮਾ ਗਹੀ ਬ੍ਰਤਸ਼ੀਲ ਸੰਤੋਖੰ, ਰੋਗ ਨਾ ਵਿਆਪੈ ਨਾ ਜਮ ਦੋਖੰ। ਤੂੰ ਇਹ ਗੁਣ ਨੂੰ ਧਾਰਨ ਕਰ। ਤੇ ਖਿਮਾ ਹੈ ਰੱਬ ਦਾ ਗੁਣ। ਪ੍ਰਭੂ ਦਾ ਗੁਣ ਕਿਹੜਾ ਹੈ? ਜਿੱਥੇ ਖਿਮਾ ਕਰ ਦਿੱਤੀ, ਉੱਥੇ ਰੱਬ ਆਪ ਆ ਗਿਆ। ਕਬੀਰਾ ਜਹਾਂ ਗਿਆਨ ਤਹ ਧਰਮ ਹੈ, ਜਹਾਂ ਝੂਠ ਤਹ ਪਾਪ, ਜਹਾਂ ਲੋਭ ਤਹ ਕਾਲ ਹੈ, ਜਹਾਂ ਖਿਮਾ ਤਹ ਆਪ। ਔਰ ਜਿਹਨੂੰ ਦੁਸ਼ਮਣ ਨੂੰ ਵੱਡੇ ਜਿਗਰੇ ਨਾਲ ਤੁਸੀਂ ਖਿਮਾ ਕਰ ਦਿੰਦੇ ਹੋ, ਤੁਹਾਡੇ ਕੋਲ ਸ਼ਕਤੀ ਹੈ ਬਦਲਾ ਲੈਣ ਦੀ, ਫਿਰ ਵੀ ਇਹਨੂੰ ਵੱਡੇ ਦਿਲ ਨਾਲ ਮੁਆਫ ਕਰ ਦਿੰਦੇ ਹੋ, ਤੇ ਉਹ ਦੁਸ਼ਮਣ ਨਹੀਂ ਰਹਿੰਦਾ, ਮਿੱਤਰ ਹੋ ਜਾਂਦਾ ਹੈ। ਦੁਸ਼ਮਣੀ ਖਤਮ ਹੋ ਜਾਂਦੀ ਹੈ, ਉਹ ਸ਼ਰਮਿੰਦਾ ਹੋ ਜਾਂਦਾ ਹੈ। ਨਿਆਂ ਦੇ 3 ਰੂਪ ਮੰਨੇ ਗਏ ਨੇ। ਪਹਿਲਾ ਦੰਡ ਨਿਆਂ, ਕਿਸੇ ਨੂੰ ਸਜ਼ਾ ਦੇਣੀ। ਦੂਜਾ ਰਹਿਮ ਨਿਆਂ, ਕਿਸੇ ਦੀ ਸਜ਼ਾ ਘੱਟ ਕਰ ਦੇਣੀ। ਤੀਜਾ ਹੈ ਖਿਮਾ ਨਿਆਂ, ਭਾਵ ਦੋਸ਼ ਨੂੰ ਨਾ ਸਿਰਫ ਮਾਫ ਕਰਨਾ, ਬਲਕਿ ਚਿੱਤ ਵਿੱਚ ਵੀ ਨਾ ਰੱਖਣਾ, ਖਿਮਾ ਕਰ ਦੇਣਾ। ਕਿਸੇ ਰਾਜੇ ਦੇ 3 ਦਰਬਾਰੀਆਂ ਨੇ ਇੱਕੋ ਜਿਹਾ ਅਪਰਾਧ ਰਲ ਕੇ ਕੀਤਾ, ਇੱਕ ਅਪਰਾਧ ਕੀਤਾ ਰਲ ਕੇ। ਅਪਰਾਧ ਇੱਕੋ ਹੀ ਹੈ, ਕੀਤਾ 3 ਜਣਿਆਂ ਨੇ। ਇੱਕ ਨੇ ਰਾਜੇ ਨੂੰ ਕਹਿ ਦਿੱਤਾ ਕਿ ਇਹਨੂੰ 10 ਸਾਲ ਜੇਲ੍ਹ 'ਚ ਸੁੱਟ ਦਿਓ ਜਾਂ ਉਮਰ ਭਰ ਜੇਲ੍ਹ 'ਚ ਸੁੱਟ ਦਿਓ। ਦੂਜੇ ਨੂੰ ਕਹਿ ਦਿੱਤਾ ਇਹਨੂੰ ਦੇਸ਼ ਨਿਕਾਲਾ ਦੇ ਦਿਓ, ਮੇਰੇ ਦੇਸ਼ 'ਚੋਂ ਬਾਹਰ ਕੱਢ ਦਿਓ। ਤੇ ਤੀਜੇ ਨੂੰ ਕਹਿ ਦਿੱਤਾ ਸੱਜਣਾ ਤੇਰੇ ਤੋਂ ਇਹ ਉਮੀਦ ਨਹੀਂ ਸੀ, ਇਹਨਾਂ ਕਹਿ ਕੇ ਉਹਨੂੰ ਛੱਡ ਦਿੱਤਾ। ਹੁਣ ਕਿਹਨੂੰ ਵੱਧ ਸਜ਼ਾ ਮਿਲੀ? ਜਿਹਨੂੰ ਤੇ ਕਹਿ ਦਿੱਤਾ ਜੇਲ੍ਹ 'ਚ ਸੁੱਟ ਦਿਓ, ਉਹ 4-5 ਦਿਨ, ਸਾਲ 2 ਸਾਲ ਦੁਖੀ ਹੋਏਗਾ, ਰੋਏਗਾ, ਬਾਅਦ ਵਿੱਚ ਜੇਲ੍ਹ ਨੂੰ ਹੀ ਘਰ ਬਣਾ ਲਏਗਾ, ਕੈਦੀ ਹੀ ਉਹਦਾ ਪਰਿਵਾਰ ਬਣ ਜਾਣਗੇ, ਬਾਕੀ ਜ਼ਿੰਦਗੀ ਉਹ ਸੌਖੀ ਕੱਢ ਲਏਗਾ, ਉਹ ਆਪਣੇ ਆਪ ਨੂੰ ਢਾਲ ਲਏਗਾ ਜੇਲ੍ਹ ਦੇ ਵਿੱਚ। ਜਿਹਨੂੰ ਦੇਸ਼ ਨਿਕਾਲਾ ਦੇ ਦਿੱਤਾ, ਉਹ ਦੇਸ਼ ਚੋਂ ਬਾਹਰ ਨਿਕਲ ਕੇ ਸਾਲ 2 ਸਾਲ ਦੁਖੀ ਹੋਏਗਾ, ਰੋਏਗਾ ਜ਼ਰੂਰ, ਪਰ ਬਾਅਦ ਵਿੱਚ ਉਹ ਦੂਜੇ ਦੇਸ਼ ਵਿੱਚ ਜਾ ਕੇ ਕੰਮ ਕਰ ਲਏਗਾ, ਬਿਜ਼ਨਸ ਕਰੇਗਾ, ਘਰ ਬਣਾ ਲਏਗਾ, ਆਪਣੀ ਜ਼ਿੰਦਗੀ ਸੁਖੀ ਬਤੀਤ ਕਰੇਗਾ, ਭੁੱਲ ਜਾਏਗਾ ਮੈਂ ਅਪਰਾਧ ਕੀਤਾ ਸੀ। ਜਿਹੜਾ ਤੀਜਾ ਹੈ ਨਾ, ਜਿਹਨੂੰ ਰਾਜੇ ਨੇ ਕਿਹਾ ਵੀ ਤੇਰੇ ਤੋਂ ਇਹ ਉਮੀਦ ਨਹੀਂ ਸੀ, ਜਾਂ ਤੈਨੂੰ ਛੱਡਿਆ, ਤੇ ਤੋਂ ਮੈਨੂੰ ਉਮੀਦ ਨਹੀਂ ਸੀ ਇਹ, ਹੁਣ ਉਹਦੀ ਸਜ਼ਾ ਸਭ ਤੋਂ ਵੱਡੀ ਹੈ। ਉਹ ਪਲ ਪਲ ਆਪਣੇ ਆਪ ਨੂੰ ਕੋਸੇਗਾ, ਸ਼ਰਮਿੰਦਾ ਹੋਏਗਾ, ਪਲ ਪਲ ਇਹ ਕੰਡਾ ਚੁਭੇਗਾ ਉਹਨੂੰ ਕਿ ਮੈਂ ਇਹ ਗਲਤ ਕੰਮ ਕਿਉਂ ਕੀਤਾ, ਰਾਜੇ ਨੂੰ ਮੇਰੇ ਤੋਂ ਆਸ ਨਹੀਂ ਸੀ, ਪਰ ਉਹਨੇ ਮਾਫ ਕਰ ਦਿੱਤਾ। ਹੁਣ ਉਹ ਚੰਗਾ ਕਰਕੇ ਦਿਖਾਏਗਾ ਤਾਂ ਕਿ ਮੈਂ ਪਿਛਲੇ ਅਪਰਾਧ ਨੂੰ ਮਾਫ ਮੇੜ ਸਕਾਂ, ਪਿਛਲੇ ਅਪਰਾਧ ਨੂੰ ਖਤਮ ਕਰ ਸਕਾਂ। ਖਿਮਾ ਇੱਕ ਬੜਾ ਵੱਡਾ ਗੁਣ ਹੈ। ਜਦੋਂ ਕੋਈ ਖਿਮਾ ਕਰ ਦਿੰਦਾ ਹੈ, ਉਹ ਕੇਵਲ ਦੂਜੇ ਨੂੰ ਖਿਮਾ ਹੀ ਨਹੀਂ ਕਰਦਾ, ਦੁਸ਼ਮਣੀ ਵੀ ਮਿਟਾ ਦਿੰਦਾ ਹੈ। ਖਸਮੈ ਜਾਣ, ਦੂਜੇ 'ਚ ਰੱਬ ਨੂੰ ਜਾਣ ਕੇ ਇਹਦੇ 'ਚ ਰੱਬ ਬੈਠਾ ਹੈ। ਖਿਮਾਕਰ ਰਹੇ, ਖਿਮਾਕਰ ਨਾਲ ਜੁੜ ਜਾਏ, ਭਾਵ ਉਹਦੇ ਅੰਦਰ ਵੀ ਖਿਮਾ ਦਾ ਗੁਣ ਆ ਜਾਏ। ਖਿਮਾ ਰੱਬ ਦਾ ਬਹੁਤ ਵੱਡਾ ਗੁਣ ਹੈ। ਇਹਦੇ ਨਾਲ ਜ਼ਿੰਦਗੀ ਦੇ ਬੜੇ ਮਸਲੇ ਹੱਲ ਹੋ ਜਾਂਦੇ ਨੇ, ਕਈ ਝਗੜੇ, ਕਈ ਕਲੇਸ਼ ਮੁੱਕ ਜਾਂਦੇ ਨੇ। ਸਹਿਨਸ਼ੀਲਤਾ, ਖਿਮਾ ਬੜੇ ਵੱਡੇ ਗੁਣ ਨੇ। ਜੇ ਗਲਤੀ ਹੋ ਗਈ, ਕੋਈ ਭੁੱਲ ਹੋ ਗਈ, ਤੇ ਮੰਨ ਲੈਣੀ ਚਾਹੀਦੀ ਹੈ, ਔਰ ਨਿਰਾ ਮੰਨਣੀ ਹੀ ਨਹੀਂ ਚਾਹੀਦੀ,
ਬਲਕਿ ਦਿਲੋਂ ਮੁਆਫੀ ਮੰਗ ਲੈਣੀ ਚਾਹੀਦੀ ਹੈ ਆਪਣੇ ਮਾਤਾ ਪਿਤਾ ਤੋਂ, ਆਪਣੇ ਭੈਣ ਭਰਾ ਤੋਂ, ਆਪਣੇ ਬੱਚਿਆਂ ਤੋਂ ਕਿ ਗਲਤੀ ਹੋ ਗਈ। ਗਲਤੀ ਕਰਨ ਤੋਂ ਬਾਅਦ ਮੁਆਫੀ ਮੰਗ ਲੈਣੀ ਕੋਈ ਹੇਠੀ ਨਹੀਂ ਹੈ, ਨਿਰਾਦਰੀ ਨਹੀਂ ਹੈ, ਇਹ ਵਡੱਪਣ ਹੈ। ਇਹ ਆਪਣੇ ਆਪ ਨੂੰ ਵਿਕਾਸ ਕਰਨ ਦੇ ਪੁੱਲ ਹੈ ਕਿ ਮੇਰੇ ਤੋਂ ਗਲਤੀ ਹੋ ਗਈ, ਮੈਂ ਮੁਆਫੀ ਮੰਗਦਾ। ਤੇ ਦੂਜਾ, ਦਿਲੋਂ ਮੁਆਫੀ ਮੰਗ ਕੇ ਦੁਬਾਰਾ ਗਲਤੀ ਫਿਰ ਨਾ ਕੀਤੀ ਜਾਏ, ਉਹ ਗਲਤੀ ਦੁਹਰਾਈ ਨਾ ਜਾਵੇ। ਤੇ ਦੂਸਰਾ, ਜੇ ਕਿਸੇ ਤੋਂ ਗਲਤੀ ਹੋ ਗਈ, ਦੂਜਾ ਤੁਹਾਡੇ ਤੋਂ ਮੁਆਫੀ ਮੰਗ ਰਿਹਾ ਹੈ, ਤੇ ਦੂਜੇ ਨੂੰ ਵੀ ਚਾਹੀਦਾ ਦਿਲੋਂ ਮਾਫ ਕਰ ਦੇਵੇ, ਉਹ ਦਿਲੋਂ ਬਖਸ਼ ਦੇਵੇ, ਖਿਮਾ ਕਰ ਦੇਵੇ। ਦੂਸਰਾ ਮੁਆਫੀ ਮੰਗ ਰਿਹਾ ਹੈ ਤੇ ਦੂਜੇ ਨੂੰ ਚਾਹੀਦਾ ਮਾਫ ਕਰ ਦੇਵੇ। ਇਹਦੇ ਨਾਲ ਕੀ ਹੋਏਗਾ? ਸਾਡੇ ਘਰਾਂ ਦੇ ਲੜਾਈ ਝਗੜੇ ਕਲੇਸ਼ ਖਤਮ ਹੋ ਜਾਣਗੇ, ਸੁਖ ਸ਼ਾਂਤੀ ਘਰ ਚ ਆ ਜਾਏਗੀ। ਇਹ ਖਿਮਾ ਦਾ ਗੁਣ ਹੈ। ਭਗਤ ਜੀ ਕਹਿੰਦੇ ਨੇ, ਖਸਮੈ ਜਾਣ, ਪ੍ਰਭੂ ਨੂੰ ਆਪਣੇ ਅੰਦਰ ਬਾਹਰ ਸਾਰਿਆਂ ਵਿੱਚ ਜਾਣ ਕੇ ਖਿਮਾਕਰ ਰਹੇ। ਇਹ ਮਨ ਜਿਹੜਾ ਹੈ ਖਿਮਾਕਰ ਦੇ ਨਾਲ ਜੁੜ ਜਾਂਦਾ ਹੈ, ਭਾਵ ਕਿਸੇ ਦੀ ਵਧੀਕੀ ਨੂੰ ਸਹਾਰਦਾ ਵੀ ਹੈ ਔਰ ਕਿਸੇ ਦੀ ਗਲਤੀ ਨੂੰ ਜੇ ਕੋਈ ਮਾਫੀ ਮੰਗਦਾ ਨੂੰ ਮਾਫ ਵੀ ਬੜੇ ਦਿਲ ਨਾਲ ਕਰ ਦਿੰਦਾ ਹੈ। ਹੰਕਾਰ ਚ ਨਹੀਂ ਰਹਿੰਦਾ, ਆਕੜ ਚ ਨਹੀਂ ਰਹਿੰਦਾ, ਵੱਡਾ ਦਿਲ ਕਰਕੇ ਰੱਬ ਵਰਗਾ ਬਖਸ਼ਿੰਦ ਹੋ ਜਾਂਦਾ ਹੈ, ਮਾਫ ਕਰ ਦਿੰਦਾ ਹੈ। ਰੱਬ ਬਹੁਤ ਵੱਡਾ ਬਖਸ਼ਿੰਦ ਹੈ। ਕਿਸੇ ਨੇ ਕਿਹਾ ਸੀ, ਰੱਬਾ ਅੱਜ ਤੇਰੇ ਵਾਲਾ ਗੁਣ ਜਿਹੜਾ ਦੁਨੀਆ ਨੂੰ ਦਾਤਾਂ ਵੰਡਣ ਦਾ, ਰੋਜ਼ੀ ਰੋਟੀ ਦੇਣ ਦਾ, ਤੇਰੇ ਵਾਲਾ ਗੁਣ ਅੱਜ ਦੇ ਦਿਨ ਮੈਂ ਧਾਰਨ ਕਰਨਾ ਚਾਹਨਾ, ਆਪਣੀ ਡਿਊਟੀ ਮੈਨੂੰ ਦੇ ਦੇ ਇੱਕ ਦਿਨ ਦੇ ਲਈ। ਰੱਬ ਨੇ ਕਿਹਾ ਤੇਰੇ ਤੋਂ ਡਿਊਟੀ ਹੋਣੀ ਨਹੀਂ। ਉਹ ਕਹਿਣ ਲੱਗਾ, ਨਹੀਂ ਮੈਂ ਕਰਕੇ ਦਿਖਾਵਾਂਗਾ, ਅੱਜ ਦੁਨੀਆ ਸਾਰੀ ਦੁਨੀਆ ਨੂੰ ਰੋਜ਼ੀ ਰੋਟੀ ਮੈਂ ਦਿਆਂਗਾ। ਕਹਿਣ ਲੱਗਾ ਠੀਕ। ਉਸ ਆਦਮੀ ਨੇ ਸਾਰੀ ਦੁਨੀਆ ਨੂੰ ਰੋਜ਼ੀ ਰੋਟੀ ਦਿੱਤੀ। ਸ਼ਾਮ ਹੁੰਦੇ ਹੁੰਦੇ ਰੱਬ ਨੇ ਜਦੋਂ ਦੇਖਿਆ, ਕਹਿਣ ਲੱਗਾ ਫਲਾਣੇ ਬੰਦੇ ਨੂੰ ਰੋਟੀ ਨਹੀਂ ਦਿੱਤੀ, ਤੂੰ 80 ਸਾਲ ਦਾ ਬਜ਼ੁਰਗ ਹੈ ਵਿਚਾਰਾ, ਉਹਨੂੰ ਰੋਟੀ ਨਹੀਂ ਦਿੱਤੀ। ਕਹਿਣ ਲੱਗਾ ਰੱਬ ਜੀ, ਉਹ ਰੋਟੀ ਦੇ ਯੋਗ ਨਹੀਂ ਹੈ, ਉਹ ਤੇ ਬੜਾ ਪਾਪੀ ਹੈ, ਉਹ ਤੇ ਬੜਾ ਵੱਡਾ ਕਾਤਲ ਹੈ, ਬੜਾ ਵੱਡਾ ਚੋਰ ਹੈ, ਉਹ ਤੇ ਨਾਸਤਿਕ ਹੈ, ਤੇ ਤੁਹਾਨੂੰ ਵੀ ਬੜੀਆਂ ਗਾਲਾਂ ਕੱਢਦਾ ਹੈ, ਉਸ ਦੁਨੀਆ ਤੇ ਰਹਿਣ ਦੇ ਲਾਇਕ ਨਹੀਂ, ਰੋਟੀ ਦੇ ਲਾਇਕ ਨਹੀਂ ਹੈ, ਉਹਨੂੰ ਮਾਰ ਹੀ ਜਾਣਾ ਚਾਹੀਦਾ ਹੈ, ਭੁੱਖੇ ਮਰਨਾ ਚਾਹੀਦਾ ਹੈ। ਰੱਬ ਆਖਦਾ ਜੇ ਮੈਂ 80 ਸਾਲ ਤੋਂ ਰੋਟੀ ਦੇ ਰਿਹਾ, ਤੂੰ ਕਿਉਂ ਨਹੀਂ ਦੇ ਸਕਦਾ? ਇਸ ਕਰਕੇ ਰੱਬ ਬਖਸ਼ਿੰਦ ਹੈ। ਜੇ ਸਾਡੇ ਪਾਪ ਗੁਨਾਹ ਦੇਖਣ ਲੱਗ ਜਾਏ, ਸਾਨੂੰ ਸ਼ਾਮ ਹੁੰਦੇ ਹੁੰਦੇ 2 ਰੋਟੀਆਂ ਨਸੀਬ ਨਾ ਹੋਣ। ਜਿੰਨੇ ਪੈਰ ਪੈਰ ਤੇ ਅਸੀਂ ਪਾਪ ਕਰਦੇ ਹਾਂ, ਅਸੀਂ ਖਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾਵਾ, ਕਦਮ ਕਦਮ ਤੇ ਅਸੀਂ ਭੁੱਲਾਂ ਕਰਦੇ ਆ, ਲੇਖਿਆ ਕਿਤੇ ਨਾ ਛੁੱਟੀ ਹੈ, ਖਿੰਨ ਖਿੰਨ ਭੁੱਲਣ ਹਾਰ। ਰੱਬ ਸਾਡੀਆਂ ਗਲਤੀਆਂ ਦੇਖਣ ਲੱਗ ਜਾਏ, ਸ਼ਾਮ ਹੁੰਦੇ ਹੁੰਦੇ ਸਾਨੂੰ ਪਾਣੀ ਨਸੀਬ ਨਾ ਹੋਵੇ, ਪਰ ਉਹ ਖਿਮਾਕਰ ਹੈ, ਉਹ ਮਾਫ ਕਰ ਦਿੰਦਾ ਹੈ। ਉਹਨੂੰ ਇੰਨਾ ਯਕੀਨ ਹੈ ਅੱਜ ਨਹੀਂ ਕੱਲ ਬਦਲ ਜਾਏਗਾ, ਕੱਲ ਨਹੀਂ ਪਰਸੋਂ ਬਦਲ, ਕਦੀ ਨਾ ਕਦੀ ਤੇ ਤਬਦੀਲੀ ਆ ਸਕਦੀ ਹੈ। ਉਹ ਖਿਮਾ ਕਰਦਾ, ਉਹਦਾ ਬੜਾ ਵੱਡਾ ਜਿਗਰਾ ਹੈ। ਤੇ ਅਜੀਬ, ਜੇ ਰੱਬ ਤੇਰੀਆਂ ਭੁੱਲਾਂ ਪਾਪਾਂ ਨੂੰ ਖਿਮਾ ਕਰ ਦਿੰਦਾ ਹੈ, ਜੇ ਤੇਰੇ ਤੋਂ ਕੋਈ ਮਾਫੀ ਮੰਗੇ ਤੂੰ ਵੀ ਖਿਮਾ ਕਰ ਦੇ। ਇੱਕ ਬੜਾ ਵੱਡਾ ਗੁਣ ਹੈ ਕਿਸੇ ਨੂੰ ਮਾਫ ਕਰ ਦੇਣਾ। ਜੇ ਕੋਈ ਦਿਲੋਂ ਮਾਫੀ ਮੰਗ ਲਈ ਜਾਏ, ਦੁਬਾਰਾ ਗਲਤੀ ਨਾ ਕੀਤੀ ਜਾਏ, ਤੇ ਉਹਨੂੰ ਦਿਲੋਂ ਮਾਫੀ ਦੇ ਵੀ ਦੇਣੀ ਚਾਹੀਦੀ ਹੈ, ਤਾਂ ਕਿ ਸਾਰੇ ਮਸਲੇ ਹੱਲ ਹੋ ਜਾਣ। ਚਾਹੇ ਉਹ ਪਤੀ ਪਤਨੀ ਦੇ ਝਗੜੇ ਨੇ, ਚਾਹੇ ਭੈਣਾਂ ਭਰਾਵਾਂ ਦੀਆਂ ਲੜਾਈਆਂ ਨੇ, ਭਾਵੇਂ ਰਿਸ਼ਤੇਦਾਰੀਆਂ ਦੀਆਂ ਲੜਾਈਆਂ ਨੇ, ਭਾਵੇਂ ਆਂਢ ਗੁਆਂਢ ਦੀਆਂ ਲੜਾਈਆਂ ਨੇ, ਖਿਮਾ ਦਾ ਖਜ਼ਾਨਾ ਅੰਦਰ ਟਿਕਿਆ ਰਵੇ, ਖਿਮਾਕਰ ਰਹੇ। ਇਹ ਖਿਮਾਕਰ ਰੱਬ, ਖਿਮਾ ਦਾ ਗੁਣ ਜਿਹੜਾ ਨਾ, ਖਿਮਾ ਦਾ ਸੋਮਾ ਅੰਦਰ ਟਿਕਿਆ ਰਹੇ। ਤੇ ਜਿਹਦੇ ਅੰਦਰ ਖਿਮਾਕਰ ਆ ਜਾਂਦਾ ਹੈ ਨਾ, ਉਹਦੇ ਅੰਦਰ ਇਹ ਗੁਣ ਆ ਜਾਣਾ ਸੁਭਾਵਿਕ ਹੈ। ਉਹ ਵੀ ਫਿਰ ਖਿਮਾ ਕਰ ਸਕਦਾ ਹੈ, ਉਹ ਵੀ ਫਿਰ ਕਿਸੇ ਨੂੰ ਆਪਣਾ ਦੁਸ਼ਮਣ ਮੰਨਦਾ ਹੀ ਨਹੀਂ ਹੈ, ਉਹ ਵੀ ਫਿਰ ਬਦਲਾ ਲਊ ਕਾਰਵਾਈਆਂ ਕਰਦਾ ਹੀ ਨਹੀਂ ਹੈ। ਉਹ ਖਿਮਾਕਰ ਦੇ ਨਾਲ ਜੁੜ ਕੇ ਖੁਦ ਖਿਮਾਕਰ ਹੋ ਜਾਂਦਾ ਹੈ। ਖਸਮੈ ਜਾਣ, ਖਿਮਾਕਰ ਰਹੇ। ਖਿਮਾਕਰ ਮੈਨੇ ਖਿਮਾ ਦਾ ਖਜ਼ਾਨਾ, ਖਿਮਾ ਦਾ ਸੋਮਾ, ਉਹ ਖਿਮਾ ਦਾ ਸੋਮਾ ਹੋ ਜਾਏ, ਕਿਉਂਕਿ ਖਿਮਾ ਦਾ ਸੋਮਾ ਉਹਦੇ ਨਿਜ ਘਰ ਵਿੱਚ ਟਿਕ ਜਾਂਦਾ ਹੈ। ਤੋ ਹੋਏ ਨਿਖਿਓ, ਅਖੈ ਪਦ ਲਹੈ। ਖੈ ਕਹਿੰਦੇ ਨੇ ਨਾਸ਼ ਹੋ ਜਾਣ ਨੂੰ, ਤੇ ਅਖੈ ਮੈਨੇ ਜਿਹੜਾ ਨਾਸ਼ ਨਾ ਹੋਵੇ। ਅਕਯੋ ਮੈਨੇ, ਅਖਯੋ ਮੈਨੇ, ਨਿਖਿਓ ਦਾ ਅਰਥ ਹੈ ਨਾਸ਼ ਰਹਿਤ, ਤੇ ਖਯੋ ਦਾ ਮੈਨੇ ਨਾਸ਼ ਹੋ ਜਾਣਾ। ਤੋ ਹੋਏ ਨਿਖਿਓ, ਨਾਸ਼ ਰਹਿਤ ਪਦਵੀ, ਉਹ ਅਵਸਥਾ ਜਿਹੜੀ ਪਦਵੀ ਕਦੀ ਨਾਸ਼ ਨਹੀਂ ਹੁੰਦੀ, ਜਿਹੜੀ ਅਵਸਥਾ ਕਦੀ ਮੁੱਕਦੀ ਨਹੀਂ, ਉਹ ਨਿਖਿਓ ਹੋ ਜਾਂਦਾ ਹੈ। ਅਬਨਾਸ਼ੀ ਰੁਤਬਾ ਉਹਨੂੰ ਪ੍ਰਾਪਤ ਹੋ ਜਾਂਦਾ ਹੈ। ਉਹਨੂੰ ਉਹ ਸੱਚ ਦੀ ਅਵਸਥਾ ਮਿਲ ਜਾਂਦੀ ਜਿਹੜੀ ਹੁਣ ਕਦੀ ਜਾਂਦੀ ਨਹੀਂ। ਉਹਨੂੰ ਉਹ ਪਦਵੀ ਮਿਲ ਜਾਂਦੀ ਹੈ ਜਿਹੜੀ ਕਦੀ ਨਾਸ਼ ਨਹੀਂ ਹੁੰਦੀ। ਤਾਂ ਹੋਏ ਨਿਖਿਓ, ਫਿਰ ਉਹ ਅਬਨਾਸ਼ੀ ਪਦਵੀ ਤੇ ਪਹੁੰਚ ਜਾਂਦਾ ਹੈ। ਅਖੈ ਪਦ ਲਹੈ, ਉਹ ਵਾਲਾ ਪਦ ਜਿਹੜਾ ਖੈ ਨਾ ਹੋਵੇ, ਅਖੈ। ਖੈ ਮੈਨੇ ਨਾਸ਼ ਹੋ ਜਾਣਾ,
ਇਹ ਸੰਸਕ੍ਰਿਤ ਦਾ ਸ਼ਬਦ ਹੈ क्षय। क्षय मैंने नाश होना, अगे एड़ा लग गया अक्षय, मैंने जेड़ा नाश ना होवे, उस अक्षय तो अक्षय बने। अक्षय अक्षय नहीं, अक्षय भाव अक्षय, ना नाश होने वाला पद लहे, जेड़ा रब्बी चरना नाल जुड़ जाता है, जिहदे अंदर खिमाकर आके टिक जाता है, जेड़ा खसमे नूं अंदर बाहर जान लैंदा है, जिहदा मन खोड़ विच आके टिक जाता है, निज घर विच टिक जाता है, निज घर विच ऐसी पदवी उन्हें मिल जाती है जिस पदवी का कभी नाश नहीं होता। शुभ गुणा का धारनी हो गया मन, प्रभु चरणों च टिक गया, 10 दिशावां तो दौड़नों रुक गया। फिर वो दर्जा मिल गया जिहड़ा अविनाशी दर्जा है, आत्मिक जीवन की पदवी प्राप्त हो गई, जिथे हुण मौत का डर नहीं है, जिथे हुण आत्मिक तौर पर नीवे गिरन की कोई आस ही नहीं, भाव कोई कारण ही नहीं बचिया, आचरण तो डिग जाए कारण ही नहीं बचिया। ऐसी अवस्था ते पहुंच गया जिथे कोई बंद ते भावे कट देवे पर आत्मिक जीवन तो डिगया नहीं जा सकता। जिथे उस अविनाशी पदवी ते पहुंच गया, उस अविनाशी अवस्था ते पहुंच गया जिथे उन्होंने कोई नीहां विच ते भावे चढ़ा देवे पर उहदे अंदर दे सच नूं नहीं खोया जा सकता। जिथे उन्होंने चरखड़ियां ते चाड़ के रूम के तुम्बियां की तरह भावे उड़ाया जा सके पर उहदी इंसानियत नहीं खोई जा सकती, उहदा सिदक नहीं खोया जा सकता, उहदा धर्म नहीं खोया जा सकता, उहदी धर्म की वो पदवी उन्होंने प्राप्त होगी जिहड़ी कदी नाश नहीं हुंदी। वो रब वर्गा हो गया। जिवें रब कदी नाश नहीं हुंदा, उस पदवी ते परम पदवी ते पहुंच के वो पदवी प्राप्त होगी जिथे उन्होंने नाश नहीं हो सकती। अखय पद है, याद रखियो बाणी विच बहुत थावां दे उपर ऐसे बचन ने कि जे जिंदगी जीनी है ना तो इस तरह की जियो जिस जिंदगी नूं मार कोई ना सके, अखय मिल जाए, निखयो हो जाए, तब तो होए निखयो, अविनाशी हो जाए, मार ही कोई ना सके। अखय पद है, अखय मैंने वो पदवी मिल जाए जिहड़ी नाश ना होवे। जे पदवियां पाणियां ते ओह पाओ जिहड़ियां कोई खो ना सके, कुर्सी लैनी ते ओह लो जिहड़ी कोई खो ना सके, जिंदगी जीनी ओह जियो जिहड़ी कोई खो ना सके, जिन्हों मौत ना आ सके। ध्यान ऐसा लाओ जिहदे च रुकावट ना पै सके, ऐसा ध्यान लाओ कि बार बार ये काम करने ना पैण, बार बार विकारां च फसे ना, बार बार ये मन जिहड़ा विकारां च भटके ही ना। सो पद रवो जे बहुर ना रवना, ऐसी पदवी ते पहुंच जाओ कि होर पदवियां दी लालसा मुक जाए कि मैनूं आ कुर्सी चाहिदी है, मैनूं ओ पदवी चाहिदी है, ये सारे झांसे खत्म हो जाण। उस पदवी ते पहुंचण तो बाद होर पदवियां दी लालसा ही खत्म हो जाए। सो पद रवो जे बहुर ना रवना, सो ध्यान धरो जे बहुर ना तरना। रोज रोज की समाधियां लाई जानियां, रोज रोज की मैडिटेशन करी जाने, रोज रोज की ध्यान धारी जाने, सचियारता विच ऐसा ध्यान टिका लो कि बार बार टिकाना ही ना पवे। सो ध्यान धरो जे बहुर ना तरना। इक्को बारी ध्यान धर लो भी सारे च रब है, चारों तरफ रब ही नजर आए, मुड़ के बार बार ध्यान टिकाने की लोड़ ही ना रहे। सच्चाई विच ध्यान टिक जाए, मैं सच ही बोलना है। निमरता विच ध्यान टिक जाए, मैं निमरता च ही रहना है। मिठी जुबान च ध्यान टिक जाए, मैं मिठा ही बोलना है। संतोख विच ध्यान टिक जाए, मैं संतोख ही करना है। सिफत सलाह विच ध्यान टिक जाए, मैं सिफत ही करनी है। ध्यान का मतलब हुंदा है असीं ध्यान लगाने आ जिस चीज नूं हासिल करना होवे, उत्थे असीं ध्यान लगाने आ। ਜਦੋਂ अक्सर लोग पुछते हैं जी ध्यान किवें लाइए, किवें टिकाइए, मैं पुछ लेना तुहाडी जिंदगी का मनोरथ की है। उत्थे कहते मनोरथ ते कोई नहीं, अजे सोचा ही नहीं जिंदगी च असीं कित्थे पहुंचना है, साडा एम ही कोई नहीं। फिर मैं कहना ध्यान कित्थे लाओगे? ध्यान ते एम च लगाना है ना, ध्यान ते अपने निशाने ते लगाना है। निशाने कोई नहीं, ध्यान किवें लगाओगे? अर्जुन ध्यान लगांदा है निशाने ते, उहनूं पता है कि मैं चिड़ी दी अख दे विच तीर मारना है। अर्जुन का ध्यान चिड़ी दी अख विच है क्योंकि अख उहदा निशाना है, साडा निशाना कोई बनिया नहीं है। हुण मैं इत्थे लुधियाणे बैठा वां, मैं दिल्ली जाना है ते जदों मैं गड्डी बाहर कड्डांगा ते मेरा ध्यान दिल्ली वाले पासे होना चाहिए, पर जे मैं गल्लां करी जावां ध्यान मेरा दिल्ली दी हाईवे वाल होवे ही ना ते मैं गड्डी सज्जे दी बजाय खब्बे नूं मोड़ लवां, मैं ते जलंधर पहुंच जावांगा। मेरा ध्यान अपनी मंजिल ते होना चाहिए ताकि मैं गलत सड़क ते ना चला जावां, मैं ठीक सड़क ते जावां। जे मैं रब नूं पाना चाहना तो मेरा ध्यान रब च हर पल होना चाहिए है। ते रब तां मिलेगा
ਜਦੋਂ ਰੱਬੀ ਗੁਣਾਂ ਨਾਲ ਸਾਂਝ ਪਾਵਾਂਗਾ, ਇਹਦਾ ਮਤਲਬ ਮੇਰਾ ਧਿਆਨ ਸੱਚ ਵਿੱਚ ਹੋਵੇ, ਨਿਰਵੈਰਤਾ ਵਿੱਚ ਹੋਵੇ, ਨਿਮਰਤਾ ਵਿੱਚ ਹੋਵੇ, ਮੇਰਾ ਧਿਆਨ ਦਇਆ 'ਚ ਟਿਕ ਜਾਏ, ਮੇਰਾ ਧਿਆਨ ਸਾਰਿਆਂ 'ਚ ਬੈਠੇ ਰੱਬ 'ਚ ਟਿਕ ਜਾਏ। ਇਹ ਧਿਆਨ ਹੋਵੇ, ਉਹ ਪਦਵੀ ਮਿਲ ਜਾਏ ਜਿਹੜੀ ਬਾਰ-ਬਾਰ ਮੰਗਣੀ ਨਾ ਪਵੇ। ਸੋ ਪਦ ਰਵੋ ਜੇ ਬੋਹਰ ਨਾ ਰਵਣਾ, ਸੋ ਧਿਆਨ ਧਰੋ ਜੇ ਬੋਹਰ ਨਾ ਧਰਨਾ। ਐਸੇ ਮਰੋ, ਇਹੋ ਜਿਹੇ ਜੀਵਨ ਦੇ ਵਿੱਚ ਇਸ ਤਰ੍ਹਾਂ ਮਰੋ, ਐਸੇ ਮਰੋ ਜੇ ਬੋਹਰ ਨਾ ਮਰਨਾ। ਰੋਜ਼-ਰੋਜ਼ ਕੀ ਮਰਨਾ? ਇੱਕੋ ਵਾਰੀ ਹੰਕਾਰ ਨੂੰ ਮਿਟਾ ਦਿਆਂ ਤਾਂ ਕਿ ਰੋਜ਼-ਰੋਜ਼ ਮਰਨ ਦੀ ਨੌਬਤ ਹੀ ਨਾ ਆਵੇ, ਵਿਕਾਰਾਂ ਵਾਲਾ ਜੀਵਨ ਹੀ ਖਤਮ ਹੋ ਜਾਏ, ਐਸੀ ਅਵਸਥਾ ਪ੍ਰਾਪਤ ਹੋ ਜਾਏ, ਜੀਵਨ ਮ੍ਰਿਤਕ ਹੋਣ ਦਾ ਆਨੰਦ ਪ੍ਰਾਪਤ ਹੋ ਜਾਏ। ਜਿਉਂਦੇ ਜੀ ਮੈਂ ਮ੍ਰਿਤਕ ਹੋ ਸਕਾਂ। ਕਿੰਨਾ ਸੌਖਾ ਰਸਤਾ ਦੱਸ ਰਹੇ ਨੇ ਭਗਤ ਜੀ ਕਿ ਗਿਆਨ ਨਾਲ ਸਾਡੀ ਜ਼ਿੰਦਗੀ 'ਚ ਖੇੜਾ ਆਉਂਦਾ ਹੈ। ਗੁਰੂ ਦੇ ਗਿਆਨ ਦੇ ਨਾਲ ਮਨੁੱਖ ਜਿਹੜਾ ਰੱਬੀ ਗੁਣਾਂ 'ਚ ਪੱਕੇ ਤੌਰ ਤੇ ਜੁੜ ਜਾਂਦਾ ਹੈ। ਉਹਨੂੰ ਉਹ ਪਦਵੀ ਮਿਲ ਜਾਂਦੀ ਹੈ ਜਿਸ ਪਦਵੀ ਦਾ ਕਦੀ ਨਾਸ਼ ਨਹੀਂ ਹੁੰਦਾ। ਭਾਵੇਂ ਉਹ ਅਮੀਰੀ 'ਚ ਹੋਵੇ, ਭਾਵੇਂ ਗਰੀਬੀ 'ਚ ਹੋਵੇ, ਉਹਨੇ ਆਨੰਦ 'ਚ ਹੀ ਰਹਿਣਾ ਹੈ, ਉੱਚੇ ਆਚਰਨ ਦੇ ਵਿੱਚ ਹੀ ਰਹਿਣਾ ਹੈ। ਉਹਦੇ ਉੱਚੇ ਆਚਰਨ 'ਚ ਕਦੀ ਗਿਰਾਵਟ ਨਹੀਂ ਹੋਏਗੀ। ਤੋ ਹੋਏ ਨਿਖਯੋ ਅਖੈ ਪਦ ਲਹੈ, ਉਹ ਅਵਨਾਸ਼ੀ ਹੋ ਜਾਂਦਾ ਹੈ। ਉਹ ਪਦਵੀ ਮਿਲ ਜਾਂਦੀ ਹੈ ਜਿਹੜੀ ਪਦਵੀ ਉਹਦੀ ਨਾਸ਼ ਨਹੀਂ ਹੁੰਦੀ, ਜਿਹੜੀ ਪਦਵੀ ਉਹਦੀ ਕਦੀ ਮੁਕਦੀ ਨਹੀਂ। ਸੋ ਗੁਰ ਕਰੋ ਜੇ ਬੋਹਰ ਨਾ ਕਰਨਾ, ਸੋ ਪਦ ਰਵੋ ਜੇ ਬੋਹਰ ਨਾ ਰਵਣਾ, ਸੋ ਧਿਆਨ ਧਰੋ ਜੇ ਬੋਹਰ ਨਾ ਧਰਨਾ, ਐਸੇ ਮਰੋ ਜੇ ਬੋਹਰ ਨਾ ਮਰਨਾ। ਇਹ ਹੈ ਉਲਟੀ ਗੰਗਾ ਜਮਨ ਮਿਲਾਵੋ। ਭਾਵ ਉਹ ਪਦਵੀ ਜਿਹੜੀ ਹੁਣ ਕਦੀ ਨਾਸ਼ ਨਹੀਂ ਹੁੰਦੀ, ਅਖੈ ਪਦ ਲਹੈ, ਕਦੀ ਗਿਰਾਵਟ ਨਹੀਂ ਆਉਂਦੀ ਉਸ ਪਦਵੀ ਤੋਂ, ਉਸ ਕੁਰਸੀ ਤੋਂ ਡਿੱਗਦਾ ਨਹੀਂ, ਉਸ ਆਤਮਿਕ ਉਚਾਈ ਤੋਂ ਕਦੀ ਫਿਰ ਥੱਲੇ ਆਉਂਦਾ ਹੀ ਨਹੀਂ ਹੈ। ਉਹ ਆਤਮਿਕ ਉਚਾਈ ਦੀ ਸਿਖਰ ਤੇ ਪਹੁੰਚ ਗਿਆ। ਕਿਹੜੀ ਸਿਖਰ? ਜਿਹੜੀ ਸਿਖਰ ਭਗਤ ਕਬੀਰ ਜੀ ਨੇ ਆਪਣੇ ਸ਼ਬਦਾਂ ਵਿੱਚ ਕਹੀ ਸੀ ਕਿ ਉਹ ਸਿਖਰ ਜਿਸ ਸਿਖਰ ਦੇ ਵਿੱਚ ਮੈਂ ਪ੍ਰਭੂ ਦਾ ਰੂਪ ਹੋ ਗਿਆ। ਅਬ ਤੋਂ ਜਾਏ ਚੜ੍ਹੈ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੇ ਪਛਾਨੀ। ਮੈਂ ਉਸ ਸਿੰਘਾਸਨ ਤੇ ਪਹੁੰਚ ਗਿਆ ਜਿਸ ਸਿੰਘਾਸਨ ਤੋਂ ਹੁਣ ਮੈਂ ਕਦੀ ਡੋਲਦਾ ਨਹੀਂ ਆ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਤੂੰ ਡੋਲਦਾ ਨਹੀਂ, ਮੈਂ ਹੁਣ ਕਦੀ ਡਿੱਗਦਾ ਨਹੀਂ ਆ, ਨਾ ਤੂੰ ਡੋਲੇ ਨਾ ਮੈਂ ਡਿੱਗਾ। ਅਗਲੇ ਬਚਨ ਭਗਤ ਕਬੀਰ ਜੀ ਦੇ, ਗੱਗਾ ਗੁਰ ਕੇ ਬਚਨ ਪਛਾਨਾ, ਪਛਾਨਾ ਮੈਨੇ ਪਛਾਣ ਲਿਆ, ਸਾਂਝ ਪਾ ਲਈ। ਹੁਣ ਗੁਰੂ ਦੇ ਬਚਨਾਂ ਨਾਲ ਸਾਂਝ ਪਾ ਲਈ। ਭਾਵ ਗੱਗੇ ਅੱਖਰ ਦੇ ਰਾਹੀਂ ਭਗਤ ਕਬੀਰ ਜੀ ਸਮਝਾਉਂਦੇ ਹਨ ਕਿ ਜਿਸ ਮਨੁੱਖ ਨੇ ਗੁਰੂ ਦੇ ਬਚਨਾਂ ਨਾਲ ਰੱਬ ਨੂੰ ਪਛਾਣ ਲਿਆ, ਜਿਸ ਮਨੁੱਖ ਨੇ ਗੁਰੂ ਦੇ ਬਾਣੀ ਦੇ ਰਾਹੀਂ ਪ੍ਰਭੂ ਨੂੰ ਪਛਾਣ ਲਿਆ, ਰੱਬ ਨਾਲ ਸਾਂਝ ਪਾ ਲਈ, ਰੱਬੀ ਗੁਣਾਂ ਨੂੰ ਜੀਵਨ ਵਿੱਚ ਢਾਲ ਲਿਆ, ਉਹਨਾਂ ਦੀ ਜ਼ਿੰਦਗੀ ਵਿੱਚ ਕੀ ਆ ਗਿਆ? ਉਹਨੇ ਸਾਰਿਆਂ ਚੋਂ ਪਛਾਣ ਲਿਆ। ਕਿਉਂਕਿ ਬਾਣੀ ਤੇ ਹਰ ਪਲ ਸਮਝਾ ਰਹੀ ਹੈ, ਚਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ, ਸਭ ਥਾਵਾਂ ਤੇ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਿਉ ਪੁਕਾਰ। ਹੁਣ ਜਿਹੜਾ ਇਸ ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਅਮਲ ਵਿੱਚ ਲੈ ਆਵੇ, ਜਿਹਦੇ ਜੀਵਨ ਵਿੱਚ ਸ਼ੁਭ ਗੁਣਾਂ ਦੀ ਸਾਂਝ ਪੈਦਾ ਹੋ ਜਾਏ, ਜਿਹੜਾ ਇਹੋ ਜਿਹੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦੇਵੇ, ਹਰ ਇੱਕ ਨਾਲ ਰੱਬ ਵਰਗਾ ਪਿਆਰ ਕਰੇ, ਹਰ ਇੱਕ ਨਾਲ ਨਿਮਰਤਾ ਵਾਲਾ ਵਿਹਾਰ ਕਰੇ, ਹਰ ਇੱਕ ਦੇ ਵਿੱਚੋਂ ਰੱਬ ਦੇਖ ਕੇ ਉਹਦੇ ਨਾਲ ਸੱਚਾਈ ਵਾਲਾ ਵਿਹਾਰ ਕਰੇ। 6 ਚੀਜ਼ਾਂ ਉਹਦੀ ਜ਼ਿੰਦਗੀ ਦੇ ਵਿੱਚ ਆ ਜਾਣ। ਉਹ ਸਾਰਿਆਂ ਵਿੱਚੋਂ ਰੱਬ ਹੀ ਵੇਖੇ, ਉਹ ਸਾਰਿਆਂ ਵਿੱਚੋਂ ਰੱਬ ਦੀ ਆਵਾਜ਼ ਹੀ ਸੁਣੇ, ਉਹ ਸਾਰਿਆਂ ਨਾਲ ਰੱਬ ਵਰਗੀ ਮਿੱਠੀ ਬੋਲੀ ਬੋਲੇ, ਉਹਦੇ ਹੱਥ ਸਾਰਿਆਂ ਦੀ ਸੇਵਾ ਕਰਨ, ਉਹਦੇ ਪੈਰ ਚੰਗੇ ਪਾਸੇ ਜਾਣ ਤੇ ਉਹਦੇ ਮਨ ਵਿੱਚ ਸਰਬਤ ਦੇ ਭਲੇ ਦੀ ਸੋਚ ਹੋਵੇ। ਇਹ 6 ਚੀਜ਼ਾਂ, ਜਿਹੜਾ ਇਹ 6 ਚੀਜ਼ਾਂ ਨੂੰ ਅਮਲ ਵਿੱਚ ਲੈ ਆਉਂਦਾ ਹੈ, ਸਮਝ ਲਓ ਉਹਨੇ ਗੁਰੂ ਦੇ ਬਚਨ ਨੂੰ ਪਛਾਣ ਲਿਆ। ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਜਿਹਦੀ ਜ਼ਿੰਦਗੀ ਵਿੱਚ ਗੁਰੂ ਦੇ ਬਚਨ ਅੰਦਰ ਘਰ ਘਰ ਜਾਂਦੇ ਨੇ, ਜਦੋਂ ਉਹ 6 ਚੀਜ਼ਾਂ ਤੇ ਅਮਲ ਕਰ ਲੈਂਦਾ ਹੈ, ਜਿਨ੍ਹਾਂ ਦੀ ਇਹਨਾਂ ਗੁਰੂ ਦੇ ਬਚਨਾਂ ਨਾਲ ਸਾਂਝ ਬਣ ਜਾਂਦੀ ਹੈ, ਉਹ ਪ੍ਰਭੂ ਨੂੰ ਹਰ ਹਿਰਦੇ 'ਚ ਪਛਾਣ ਲੈਂਦੇ ਨੇ। ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰਈ ਕਾਨਾ। ਦੂਜੀ ਬਾਤ ਮੈਨੇ ਦੂਜੀ ਗੱਲ, ਇੱਕ ਪ੍ਰਭੂ ਦੇ ਗੁਣਾਂ ਤੋਂ ਬਿਨਾਂ ਦੂਜੀ ਗੱਲ, ਸਤ ਸੰਤੋਖ ਦਇਆ ਧਰਮ ਤੀਰਜ ਗਿਆਨ ਵਿਰਾਗ ਤੋਂ ਬਿਨਾਂ ਦੂਜੀ ਗੱਲ, ਨਾ ਧਰਈ ਕਾਨਾ, ਕੰਨ ਨਹੀਂ ਧਰਦਾ। ਭਾਵ ਦੂਜੀ ਗੱਲ ਸੁਣਦਾ ਹੀ ਨਹੀਂ, ਦੂਜੀ ਗੱਲ ਉਹਨੂੰ ਅਟਰੈਕਟ ਹੀ ਨਹੀਂ ਕਰਦੀ, ਖਿੱਚ ਨਹੀਂ ਪਾਉਂਦੀ। ਸਿਫਤ ਸਲਾਹ ਦੀ ਗੱਲ ਤੇ ਸੁਣ ਲੈਂਦਾ ਹੈ, ਪਰ ਨਿੰਦਿਆ ਉਹਦੇ ਸਾਹਮਣੇ ਕੋਈ ਜਿੰਨੀ ਮਰਜ਼ੀ ਨਿੰਦਿਆ ਕਰੀ ਜਾਏ,
ਨਿੰਦਿਆ ਨੂੰ ਖਿੱਚ ਹੀ ਨਹੀਂ ਪਾਉਂਦੀ। ਬੇਸ਼ੱਕ ਤੁਸੀਂ ਉਹਦੇ ਸਾਹਮਣੇ ਚੁਗਲੀ ਕਰੀ ਜਾਓ, ਝੂਠ ਬੋਲੀ ਜਾਓ, ਨਿੰਦਿਆ ਕਰੀ ਜਾਓ, ਜਿਹੋ ਜਿਹੇ ਮਰਜ਼ੀ ਬੁਰੇ ਬੋਲ ਬੋਲੀ ਜਾਓ, ਉਹ ਚੀਜ਼ਾਂ ਉਹਨੂੰ ਖਿੱਚ ਨਹੀਂ ਪਾਣਗੀਆਂ। ਉਹਦੀ ਸੱਚ ਨਾਲ ਸਾਂਝ ਬਣੀ ਰਹੇਗੀ, ਉਹਦੀ ਸਿਫਤ ਨਾਲ ਸਲਾਹ ਬਣੀ ਹੀ ਰਹੇਗੀ। ਤੁਸੀਂ ਉਹਦੀ ਨਿੰਦਿਆ ਵੀ ਕਰੀ ਜਾਓ, ਉਹਨੂੰ ਖਿੱਚ ਹੀ ਨਹੀਂ ਪਾਏਗੀ। ਹਰ ਜਨ ਰਾਮ ਨਾਮ ਗੁਣ ਗਾਵੇ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਕੋਈ ਜਿੰਨੀ ਮਰਜ਼ੀ ਨਿੰਦਿਆ ਕਰੇ, ਉਹ ਆਪਣੇ ਗੁਣ ਨੂੰ ਛੱਡਦਾ ਨਹੀਂ ਹੈ, ਆਪਣਾ ਸੁਭਾਅ ਨਹੀਂ ਛੱਡਦਾ, ਉਹ ਰੱਬੀ ਗੁਣਾਂ ਨੂੰ ਗਾਈ ਜਾਂਦਾ। ਕੋਈ ਦੇ ਖਿਲਾਫ ਬੋਲੇ, ਉਹਦੀ ਨਿੰਦਿਆ ਚੁਗਲੀ ਕਰੇ, ਉਹ ਆਪਣਾ ਸੁਭਾਅ ਨਹੀਂ ਛੱਡਦਾ। ਉਹਦਾ ਸੁਭਾਅ ਜੇ ਸਿਫਤ ਵਾਲਾ ਹੈ, ਉਹਨੇ ਸਿਫਤ ਕਰੀ ਜਾਣੀ ਹੈ। ਚੰਦਨ ਨੂੰ ਹਜ਼ਾਰਾਂ ਜ਼ਹਿਰੀਲੇ ਨਾਗ ਲਿਪਟ ਕੇ ਡੰਗ ਮਾਰਦੇ ਨੇ, ਪਰ ਚੰਦਨ ਦੇ ਉੱਪਰ ਉਹਨਾਂ ਸੱਪਾਂ ਦੀ ਜ਼ਹਿਰ ਦਾ ਕੋਈ ਅਸਰ ਨਹੀਂ, ਉਹਨਾਂ ਡੰਗਾਂ ਦਾ ਕੋਈ ਅਸਰ ਨਹੀਂ। ਤੇ ਚੰਦਨ ਨਾ ਆਪਣੀ ਠੰਡਕ ਛੱਡਦਾ ਹੈ, ਨਾ ਆਪਣੀ ਸੁਗੰਧ ਛੱਡਦਾ ਹੈ। ਉਹਨੂੰ ਭਾਵੇਂ ਕਰੋੜਾਂ ਲੋਕ ਰੱਬ ਦੇ ਪਿਆਰੇ ਨੂੰ ਉਹਦੇ ਵਿਰੋਧੀ ਮਿਲ ਜਾਣ, ਕਰੋੜਾਂ ਲੋਕ ਉਹਦੇ ਸਾਹਮਣੇ ਨਿੰਦਿਆ ਚੁਗਲੀ ਬੈਠ ਕੇ ਕਰੀ ਜਾਣ, ਕਰੋੜਾਂ ਲੋਕ ਉਹਦੇ ਸਾਹਮਣੇ ਉਹਦੀ ਨਿੰਦਾ ਕਰੀ ਜਾਣ, ਕਰੋੜਾਂ ਲੋਕ ਉਹਨੂੰ ਨਫ਼ਰਤ ਕਰੀ ਜਾਣ, ਪਰ ਉਹ ਰੱਬੀ ਗੁਣਾਂ ਨੂੰ ਛੱਡ ਕੇ ਦੂਜੇ ਪਾਸੇ ਕੰਨ ਹੀ ਨਹੀਂ ਧਰਦਾ। ਦੂਜੀਆਂ ਚੀਜ਼ਾਂ ਖਿੱਚ ਹੀ ਨਹੀਂ ਪਾਉਂਦੀਆਂ ਉਹਨੂੰ। ਕਬੀਰ ਸੰਤ ਨਾ ਛੱਡੈ ਸੰਤਈ, ਜੋ ਕੋਟਿਕ ਮਿਲਿਆ ਅਸੰਤ। ਕਰੋੜਾਂ ਵੀ ਅਸੰਤ ਮਿਲ ਜਾਣ, ਉਹ ਆਪਣੀ ਸੰਤਗਿਰੀ, ਉਹ ਆਪਣੇ ਸ਼ਾਂਤ ਸੁਭਾਅ ਨੂੰ ਛੱਡਦਾ ਨਹੀਂ ਹੈ। ਉਹ ਇੰਨਾ ਸ਼ਾਂਤ ਹੈ, ਆਪਣਾ ਸ਼ਾਂਤ ਸੁਭਾਅ ਛੱਡਦਾ ਨਹੀਂ। ਕਬੀਰ ਸੰਤ ਨਾ ਛੱਡੈ ਸੰਤਈ, ਜੋ ਕੋਟਿਕ ਮਿਲਿਆ ਅਸੰਤ। ਕਰੋੜਾਂ ਅਸ਼ਾਂਤ ਲੋਕ ਵੀ ਉਹਨੂੰ ਮਿਲ ਜਾਣ, ਉਹ ਆਪਣੀ ਸ਼ਾਂਤੀ ਨਹੀਂ ਛੱਡਦਾ। ਮਲਿਆਗਰ ਭਯੰਗਮ ਬੇੜਿਓ, ਤਾਂ ਸ਼ੀਤਲਤਾ ਨਾ ਤਜਨ। ਚੰਦਨ ਨੂੰ ਸੱਪ ਭਾਵੇਂ ਘੇਰਾ ਪਾ ਕੇ ਬਹਿ ਜਾਣ, ਉਹ ਆਪਣੀ ਸ਼ਾਂਤੀ, ਆਪਣੀ ਸੁਗੰਧ, ਆਪਣੀ ਠੰਡਕ ਨਹੀਂ ਗਵਾਉਂਦਾ। ਗੁਲਾਬ ਨਾਲ ਭਾਵੇਂ ਕਰੋੜਾਂ ਵੀ ਕੰਡੇ ਆ ਕੇ ਲੱਗ ਜਾਣ, ਪਰ ਗੁਲਾਬ ਦਾ ਫੁੱਲ ਆਪਣੀ ਕੋਮਲਤਾ ਨਹੀਂ ਛੱਡਦਾ, ਉਹ ਆਪਣੀ ਕੋਮਲਤਾ ਵਿੱਚ ਹੀ ਰਹਿੰਦਾ ਹੈ। ਚਿੱਕੜ ਦੇ, ਕਮਲ ਦੇ ਆਲੇ ਦੁਆਲੇ ਭਾਵੇਂ ਕਿੰਨਾ ਵੀ ਚਿੱਕੜ ਕਿਉਂ ਨਾ ਇਕੱਠਾ ਹੋ ਜਾਏ, ਪਰ ਕਮਲ ਦਾ ਫੁੱਲ ਆਪਣੀ ਸੁੰਦਰਤਾ ਨਹੀਂ ਛੱਡਦਾ, ਆਪਣੀ ਸੁਗੰਧੀ ਨਹੀਂ ਤਿਆਗਦਾ। ਰੱਬ ਦੇ ਪਿਆਰੇ ਦੇ ਸਾਹਮਣੇ ਲੱਖਾਂ ਲੋਕ ਵੀ ਉਹਦੇ ਖਿਲਾਫ ਬੋਲਣ ਲੱਗ ਜਾਣ, ਪਰ ਦੂਜੀਆਂ ਗੱਲਾਂ ਰੱਬ ਦੇ ਪਿਆਰੇ ਨੂੰ ਖਿੱਚ ਹੀ ਨਹੀਂ ਪਾਉਂਦੀਆਂ। ਇਸ ਤੋਂ ਇਲਾਵਾ ਅਨੇਕਾਂ ਤਰ੍ਹਾਂ ਦੇ ਕਰਮ ਕਾਂਡ ਖਿੱਚ ਨਹੀਂ ਉਹਨੂੰ ਪਾਉਂਦੇ, ਵਰਤ ਉਹਨੂੰ ਖਿੱਚ ਨਹੀਂ ਪਾਉਂਦੇ, ਨਰਾਤੇ ਖਿੱਚ ਨਹੀਂ ਪਾਉਂਦੇ, ਸ਼ਰਾਧ ਖਿੱਚ ਨਹੀਂ ਪਾਉਂਦੇ, ਧੂਣੀਆਂ ਤਾਪਣੀਆਂ ਖਿੱਚ ਨਹੀਂ ਪਾਉਂਦੀਆਂ, ਜੋਗੀਆਂ ਵਾਲੇ ਨਿਉਲੀ ਕਰਮ ਉਹਨੂੰ ਖਿੱਚ ਨਹੀਂ ਪਾਉਂਦੇ, ਤੀਰਥਾਂ ਦੇ ਇਸ਼ਨਾਨ ਉਹਨੂੰ ਖਿੱਚ ਨਹੀਂ ਪਾਉਂਦੇ। ਇਹੋ ਜਿਹੀਆਂ ਚੀਜ਼ਾਂ ਵੱਲੋਂ ਧਿਆਨ ਹੀ ਨਹੀਂ ਦਿੰਦਾ। ਇਹਦੇ ਤੋਂ ਇਲਾਵਾ ਕ੍ਰੋਧ ਉਹਨੂੰ ਖਿੱਚ ਨਹੀਂ ਪਾਉਂਦਾ, ਨਿੰਦਿਆ ਨੂੰ ਖਿੱਚ ਨਹੀਂ ਪਾਉਂਦੀ, ਵੈਰ ਵਿਰੋਧ ਖਿੱਚ ਨਹੀਂ ਪਾਉਂਦੇ। ਉਹਦੀ ਜ਼ਿੰਦਗੀ ਵਿੱਚ ਸਿਰਫ ਰੱਬੀ ਗੁਣਾਂ ਦੀ ਖਿੱਚ ਹੈ, ਹੋਰ ਖਿੱਚ ਹੀ ਕੋਈ ਨਹੀਂ। ਔਰ ਇਹ ਨਹੀਂ ਵੀ ਹੋ ਨਹੀਂ ਸਕਦਾ। ਐਸੀ ਸੋਚ ਬੰਦਾ ਕੋਸ਼ਿਸ਼ ਕਰੇ ਬਣ ਸਕਦੀ ਹੈ ਕਿ ਦੂਜੀ ਬਾਤ ਨਾ ਤਾਂ ਰਹੀ ਕਾਨਾ, ਰੱਬੀ ਗੁਣਾਂ ਤੋਂ ਬਿਨਾਂ ਦੂਜੀ ਗੱਲ ਵੱਲੋਂ ਕੰਨ ਹੀ ਨਾ ਕਰੇ, ਹੋ ਸਕਦਾ ਹੈ। ਬਸ ਥੋੜੀ ਜੀ ਪ੍ਰੈਕਟਿਸ ਦੀ ਲੋੜ ਹੈ। ਬੰਦਾ ਇਮਾਨਦਾਰ ਹੋਵੇ ਨਾ ਕਿ ਮੈਂ ਇਹਨਾਂ ਗੁਣਾਂ ਦੀ ਪ੍ਰੈਕਟਿਸ ਕਰਾਂਗਾ, ਮੈਂ 1 ਘੰਟਾ ਝੂਠ ਨਹੀਂ ਬੋਲਾਂਗਾ, ਮੈਂ 1 ਘੰਟਾ ਸੱਚ ਹੀ ਬੋਲਾਂਗਾ। ਸ਼ੁਰੂਆਤ ਕਰੇ, ਪ੍ਰੈਕਟਿਸ ਕਰੇ, ਅਭਿਆਸ ਕਰੇ ਕਿ ਅੱਜ ਤੋਂ ਮੈਂ ਹਰ ਰੋਜ਼ 1 ਘੰਟਾ ਸੱਚ ਬੋਲਣ ਦਾ ਅਭਿਆਸ ਕਰਾਂਗਾ। ਅੱਜ ਤੋਂ ਬਾਅਦ ਮੈਂ 1 ਘੰਟਾ ਚੰਗਾ ਸੋਚਾਂਗਾ, ਨੈਗੇਟਿਵ ਨਹੀਂ ਸੋਚਾਂਗਾ, ਸਕਾਰਾਤਮਕ ਮੇਰੀ ਸੋਚ ਹੋਏਗੀ, ਚੰਗਾ ਸੋਚਾਂਗਾ। 1 ਹਫ਼ਤਾ ਅਭਿਆਸ ਕਰੋ। ਸ਼ੁਰੂਆਤ 15 ਮਿੰਟ ਤੋਂ ਕਰ ਲਓ ਕਿ 15 ਮਿੰਟ ਮੈਂ ਬੁਰਾ ਨਹੀਂ ਸੋਚਾਂਗਾ, ਚੰਗਾ ਸੋਚਾਂਗਾ, ਝੂਠ ਨਹੀਂ ਬੋਲਾਂਗਾ, ਸੱਚ ਬੋਲਾਂਗਾ, ਨਿੰਦਿਆ ਨਹੀਂ ਕਰਾਂਗਾ, ਸਿਫਤ ਕਰਾਂਗਾ, ਕੌੜਾ ਨਹੀਂ ਬੋਲਾਂਗਾ, ਮਿੱਠਾ ਬੋਲਾਂਗਾ। 15 ਮਿੰਟ ਰੋਜ਼ ਕਰੋ। 15 ਮਿੰਟ ਰੋਜ਼ ਪੋਜ਼ਿਟਿਵਿਟੀ ਲੈ ਕੇ ਆਓ। 15 ਮਿੰਟ ਰੋਜ਼ ਇਹਨਾਂ ਗੁਣਾਂ ਦਾ ਅਭਿਆਸ ਕਰੋ। ਕੀ ਹੋਏਗਾ? ਕੁਛ ਨਹੀਂ ਹੋਏਗਾ, ਹੋਣਾ ਕੁਛ ਨਹੀਂ ਹੈ। 15 ਮਿੰਟ ਨਾਲ ਕੀ ਹੋਣਾ? ਪਰ ਤੁਹਾਡੇ ਸਾਹਮਣੇ ਇੱਕ ਚੈਲੰਜ ਹੋਏਗਾ ਤੇ ਤੁਸੀਂ ਕਹੋਗੇ ਮੈਂ 15 ਮਿੰਟ ਮਿੱਠਾ ਬੋਲ ਕੇ ਆਪਣਾ ਚੈਲੰਜ ਪੂਰਾ ਕੀਤਾ ਹੈ, 15 ਮਿੰਟ ਸੱਚ ਬੋਲ ਕੇ ਮੈਂ ਜਿੱਤ ਹਾਸਲ ਕੀਤੀ ਹੈ, ਜੋ ਮੈਂ ਕਿਹਾ ਉਹ ਪੂਰਾ ਕੀਤਾ ਹੈ। ਤੁਹਾਡੇ ਅੰਦਰ ਇੱਕ ਵਿਲ ਪਾਵਰ ਪੈਦਾ ਹੋਏਗੀ, ਤੁਹਾਡੀ ਮਾਨਸਿਕ ਸ਼ਕਤੀ ਤੁਹਾਡੀ ਵਧੇਗੀ, ਮਾਨਸਿਕ ਤੌਰ ਤੇ ਤੁਸੀਂ ਸਿੱਧਕਵਾਨ ਦ੍ਰਿੜ ਹੋ ਜਾਓਗੇ, ਦ੍ਰਿੜਤਾ ਆਏਗੀ। ਫਿਰ ਇਸ 15 ਮਿੰਟ ਨੂੰ 30 ਮਿੰਟ ਤੇ ਲਿਆਓ, 30 ਮਿੰਟ ਨੂੰ ਫਿਰ 1 ਘੰਟੇ ਤੇ ਲਿਆਓ, ਫਿਰ ਉਸ ਤੋਂ ਅਗਲੇ ਹਫਤੇ 2 ਘੰਟੇ ਕਰ ਲਓ, ਫਿਰ 3 ਘੰਟੇ ਕਰ ਲਓ। ਕੀ ਹੋਏਗਾ? ਇੱਕ ਦਿਨ ਐਸਾ ਆਏਗਾ ਤੁਸੀਂ ਪੂਰਾ ਦਿਨ ਹੀ ਪੋਜ਼ਿਟਿਵ ਹੋ ਜਾਓਗੇ। ਫਿਰ ਤੁਹਾਡੀ ਆਦਤ ਬਣ ਜਾਏਗੀ, ਪੂਰਾ ਦਿਨ ਹੀ ਸੱਚ ਬੋਲੋਗੇ, ਪੂਰਾ ਦਿਨ ਹੀ ਮਿੱਠਾ ਬੋਲੋਗੇ, ਪੂਰਾ ਦਿਨ ਹੀ ਨਿਮਰਤਾ ਰਹੇਗੀ, ਪੂਰਾ ਦਿਨ ਹੀ ਰੱਬ ਦੇ ਗੁਣ ਭਰੇ ਰਹਿਣਗੇ, ਪੂਰਾ ਦਿਨ ਹੀ ਸਾਰਿਆਂ ਚੋਂ ਰੱਬ ਨਜ਼ਰ ਆਏਗਾ। ਅਭਿਆਸ ਕਰਨਾ ਪਏਗਾ ਇਹਦਾ, ਹਰ ਪਲ ਯਾਦ ਰੱਖਣਾ ਪੈਣਾ ਇਹਨਾਂ ਗੁਣਾਂ ਨੂੰ। ਇਹਨੂੰ ਯਾਦ ਰੱਖਣ ਨੂੰ ਕਹਿੰਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ।
ਰੱਬੀ ਗੁਣਾਂ ਨੂੰ ਚੇਤੇ ਕਰੋ, ਯਾਦ ਕਰ ਕਰਕੇ ਆਤਮਿਕ ਤੌਰ ਤੇ ਸੁਖੀ ਹੋ ਜਾਓ। ਇਹਨਾਂ ਗੁਣਾਂ ਨੂੰ ਬਾਰ-ਬਾਰ ਚੇਤੇ ਕਰੋ, ਬਾਰ ਪ੍ਰਭ ਜਪੀਏ, ਬਾਰ-ਬਾਰ ਜਪਣ। ਰੱਬੀ ਗੁਣਾਂ ਨੂੰ ਦ੍ਰਿੜ ਕਰ ਲਓ ਕਿ ਦੂਜੀ ਗੱਲ ਖਿੱਚ ਪਾਵੇ ਹੀ ਨਾ, ਦੂਜੀ ਗੱਲ ਵੱਲ ਕੰਨ ਹੀ ਨਾ ਜਾਣ, ਕ੍ਰੋਧ ਵੱਲ ਕੰਨ ਹੀ ਨਾ ਜਾਣ, ਪਾਪ ਅਪਰਾਧ ਵੱਲ ਕੰਨ ਜਾਣ ਹੀ ਨਾ, ਦੂਜੀ ਬਾਤ ਨਾ ਧਰੇ ਕੰਨ, ਇਹਨਾਂ ਕੰਟਰੋਲ ਹੋ ਜਾਏ। ਪਹਿਲਾਂ ਅਭਿਆਸ ਦੀ ਲੋੜ ਹੁੰਦੀ ਹੈ। ਉਦਾਹਰਨ ਦੇ ਤੌਰ ਤੇ ਜੇ ਡਰਾਈਵਿੰਗ ਸਿੱਖਣੀ ਹੈ ਤੇ ਥੋੜਾ ਅਭਿਆਸ ਤੇ ਕਰਨਾ ਪਏਗਾ, ਬਾਰ-ਬਾਰ ਅਭਿਆਸ ਕਰਨਾ ਪਏਗਾ ਕਿ ਜਦੋਂ ਗੇਅਰ ਬਦਲਣਾ ਹੈ ਨਾਲ ਕਲਚ ਵੀ ਦਬਣਾ ਹੈ, ਹੌਲੀ-ਹੌਲੀ ਗੇਅਰ ਬਦਲਣਾ ਹੈ, ਨਾਲ ਹੌਲੀ-ਹੌਲੀ ਰੇਸ ਵੀ ਦੇਣੀ ਹੈ ਤਾਂ ਕਿ ਗੱਡੀ ਬੰਦ ਨਾ ਹੋ ਜਾਏ। ਰੈੱਡ ਲਾਈਟ ਆਈ ਤੇ ਰੁਕਣਾ ਵੀ ਹੈ, ਗ੍ਰੀਨ ਲਾਈਟ ਆਈ ਤੇ ਚੱਲਣਾ ਵੀ ਹੈ। ਪਹਿਲਾਂ ਅਭਿਆਸ ਕਰਨਾ ਪਏਗਾ, ਡਰਾਈਵਿੰਗ ਸਿੱਖਣੀ ਪਏਗੀ ਤੇ ਜਿਸ ਦਿਨ ਡਰਾਈਵਿੰਗ ਆ ਜਾਏਗੀ ਫਿਰ ਤੁਸੀਂ ਡਰਾਈਵਿੰਗ ਕਰੋਗੇ ਨਹੀਂ, ਡਰਾਈਵਿੰਗ ਹੋ ਹੀ ਜਾਏਗੀ, ਆਦਤ ਬਣ ਜਾਏਗੀ ਨਾ, ਸੁਭਾਅ ਬਣ ਜਾਏਗਾ। ਬਾਰ-ਬਾਰ ਕਰਮ ਕਰਨ ਨਾਲ ਸੁਭਾਅ ਬਣ ਜਾਏਗਾ। ਫਿਰ ਕੀ ਹੋਏਗਾ? ਤੁਸੀਂ ਗੱਲਾਂ ਬਾਤਾਂ ਵੀ ਕਰੋਗੇ, ਮਿਊਜ਼ਿਕ ਵੀ ਸੁਣ ਲਓਗੇ, ਬਾਣੀ ਵੀ ਸੁਣ ਲਓਗੇ, ਨਾਲ ਗੱਡੀ ਚੱਲੀ ਜਾਏਗੀ, ਚਲਾਓਗੇ ਨਹੀਂ, ਪਤਾ ਹੀ ਨਹੀਂ ਲੱਗੇਗਾ ਕਦੋਂ ਮੋੜ ਮੁੜ ਗਿਆ, ਕਦੋਂ ਘਰ ਵੀ ਆ ਗਏ, ਪਤਾ ਹੀ ਨਹੀਂ ਲੱਗੇਗਾ, ਸੁਭਾਅ 'ਚ ਸ਼ਾਮਲ ਹੋ ਗਿਆ। ਇਸੇ ਤਰ੍ਹਾਂ ਇਹਨਾਂ ਗੁਣਾਂ ਦਾ ਅਭਿਆਸ ਕਰਦਿਆਂ ਇਹ ਗੁਣ ਸਾਡੀ ਜ਼ਿੰਦਗੀ 'ਚ ਆ ਜਾਂਦੇ ਨੇ, ਫਿਰ ਦੂਜੀਆਂ ਗੱਲਾਂ ਖਿੱਚ ਹੀ ਨਹੀਂ ਪਾਉਂਦੀਆਂ। ਉਦਾਹਰਨ ਦੇ ਤੌਰ ਤੇ ਮੈਂ ਆਪਣਾ ਗੁੱਸਾ ਛੱਡਣਾ ਚਾਹੁੰਦਾ, ਮੈਂ ਅਭਿਆਸ ਕਰਾਂ ਕਿ ਮੈਂ 1 ਘੰਟਾ ਗੁੱਸਾ ਨਹੀਂ ਕਰਨਾ। ਹੁਣ ਬੰਦਾ ਔਖਾ ਸੌਖਾ ਤੇ ਟਾਈਮ ਕੱਢ ਹੀ ਲੈਂਦਾ 1 ਘੰਟਾ ਵੀ ਗੁੱਸਾ ਨਹੀਂ ਕਰਨਾ, ਪਰ ਔਖਾ ਸੌਖਾ ਨਹੀਂ, ਖੁਸ਼ੀ ਨਾਲ ਕਹੋ ਮੈਂ ਅੱਜ ਪ੍ਰੇਮ ਨਾਲ ਰਹਿਣਾ ਹੈ, 1 ਘੰਟਾ ਪ੍ਰੇਮ ਨਾਲ ਰਹਿਣਾ ਹੈ, ਖੁਸ਼ੀ ਨਾਲ ਕਹੋ। ਔਖਾ ਸੌਖਾ ਨਾ ਕੱਢੋ ਵੀ ਔਖਾ ਸੌਖਾ ਟਾਈਮ ਕੱਢਣਾ ਵੀ 1 ਘੰਟਾ ਮੈਂ ਗੁੱਸਾ ਨਹੀਂ ਕਰਨਾ, ਕਹੋ ਮੈਂ ਖੁਸ਼ੀ ਨਾਲ ਪ੍ਰੇਮ ਨਾਲ ਰਹਿਣਾ ਹੈ। ਫਿਰ 2 ਘੰਟੇ ਕਰ ਲਓ, ਫਿਰ 3 ਘੰਟੇ ਕਰ ਲਓ, ਫਿਰ 4 ਘੰਟੇ। ਅਸੰਭਵ ਕੁਝ ਵੀ ਨਹੀਂ ਹੈ, ਔਖਾ ਜ਼ਰੂਰ ਹੈ, ਅਸੰਭਵ ਨਹੀਂ ਕੀਤਾ ਜਾ ਸਕਦਾ ਹੈ, ਇਹ ਹੋ ਸਕਦਾ ਹੈ, ਇਹ ਗੁਣ ਆ ਸਕਦੇ ਨੇ। ਤਾਂ ਹੀ ਭਗਤ ਕਬੀਰ ਜੀ ਬਾਣੀ 'ਚ ਕਹਿ ਰਹੇ ਨੇ, ਤੇ ਕਹਿਣ ਦੀ ਲੋੜ ਨਹੀਂ ਸੀ। ਜਿਹੜਾ ਗੁਰੂ ਦੇ ਬਚਨਾਂ ਨੂੰ, ਗੁਰੂ ਦੇ ਗਿਆਨ ਦੇ ਰਾਹੀਂ ਪ੍ਰਭੂ ਨੂੰ ਪਛਾਣ ਲੈਂਦਾ ਹੈ, ਉਹ ਫਿਰ ਰੱਬ ਹੀ ਦੇਖਦਾ ਸਾਰਿਆਂ ਚੋਂ, ਦੂਜੀ ਗੱਲ ਵੱਲ ਕੰਨ ਹੀ ਨਹੀਂ ਕਰਦਾ। ਉਹ ਇਹ ਮੇਰਾ ਦੁਸ਼ਮਣ, ਇਹ ਮੇਰਾ ਮਿੱਤਰ, ਇਹ ਮੇਰਾ ਗਵਾਂਢੀ, ਇਹ ਮੇਰਾ ਆਪਣਾ ਬੇਗਾਨਾ, ਗੱਗਾ ਗੁਰ ਕੇ ਬਚਨ ਪਛਾਨਾ, ਦੂਜੀ ਬਾਤ ਨਾ ਧਰਈ ਕੰਨ, ਦੂਜੀ ਗੱਲ ਵੱਲ ਧਿਆਨ ਹੀ ਨਹੀਂ ਧਰਦਾ, ਕੰਨ ਹੀ ਨਹੀਂ ਧਰਦਾ, ਦੂਜੀ ਗੱਲ ਇਹਨੂੰ ਖਿੱਚ ਹੀ ਨਹੀਂ ਪਾਉਂਦੀ। ਹੁਣ ਅਵਸਥਾ ਕੀ ਬਣ ਜਾਂਦੀ ਹੈ? ਰਹਿ ਬਿਹੰਗਮ, ਕੱਤੇ ਨਾ ਜਾਈ। ਹੁਣ ਗੁਰੂ ਦੇ ਬਚਨਾਂ ਤੇ ਜਦੋਂ ਚੱਲਦਾ ਹੈ, ਗੁਰੂ ਦੇ ਗਿਆਨ ਦੀ ਸਹੀ ਵਰਤੋਂ ਕਰਦਾ ਹੈ, ਹੁਣ ਜਦੋਂ ਵਿਕਾਰਾਂ ਦੀ ਖਿੱਚ ਨਹੀਂ ਰਹਿੰਦੀ, ਹੁਣ ਬਿਹੰਗਮ ਹੋ ਜਾਂਦਾ ਹੈ, ਰਹਿ ਬਿਹੰਗਮ। ਬਿਹੰਗਮ ਕਹਿੰਦੇ ਨੇ ਪੰਛੀ ਨੂੰ। ਜਿਵੇਂ ਪੰਛੀ ਦੁਨੀਆ ਤੇ ਰਹਿੰਦਾ ਹੈ, ਇਦਾਂ ਹੀ ਇਹ ਦੁਨੀਆ ਤੇ ਰਹਿੰਦਾ ਹੈ। ਜਿਵੇਂ ਪੰਛੀ ਦਾ ਨਿਵਾਸ ਰੁੱਖ ਦੇ ਉੱਪਰ ਹੈ, ਰਾਤ ਉਹਨੇ ਰੁੱਖ ਤੇ ਕੱਟੀ, ਸਵੇਰ ਹੋਈ ਉਡਾਰੀ ਮਾਰ ਗਿਆ, ਉਹਦਾ ਰੁੱਖ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਗਲੀ ਰਾਤ ਫਿਰ ਉਹਨੇ ਇੱਕ ਰੁੱਖ ਤੇ ਕੱਟੀ, ਫਿਰ ਉਸ ਤੋਂ ਬਾਅਦ ਸਵੇਰ ਹੋਈ, ਰੁੱਖ ਛੱਡ ਕੇ ਫਿਰ ਉੜ ਗਿਆ। ਭਾਵ ਨਿਰਮੋਹ ਹੋ ਜਾਂਦਾ ਹੈ। ਨਿਰਮੋਹ ਹੋ ਜਾਂਦਾ ਦਾ ਮਤਲਬ ਨਹੀਂ ਉਹ ਘਰ ਪਰਿਵਾਰ ਨੂੰ ਛੱਡ ਦਿੰਦਾ ਹੈ, ਬੱਚਿਆਂ ਨੂੰ ਛੱਡ ਦਿੰਦਾ ਹੈ, ਨਹੀਂ। ਭਾਵ ਹੁਣ ਇਹ ਚੀਜ਼ਾਂ ਨੂੰ ਖਿੱਚ ਨਹੀਂ ਪਾਉਂਦੀਆਂ, ਮੋਹ ਖਿੱਚ ਨਹੀਂ ਪਾਉਂਦਾ ਉਹਨੂੰ, ਪੰਛੀ ਦੀ ਤਰ੍ਹਾਂ ਬਿਹੰਗਮ ਹੋ ਜਾਂਦਾ ਹੈ। ਅਸੀਂ ਪੰਛੀ ਵਰਗੇ ਬਿਹੰਗਮ ਨਹੀਂ ਆ। ਅਸੀਂ ਚਾਹੁੰਦੇ ਹਾਂ ਇਸ ਘਰ ਤੇ ਵੀ ਮੇਰਾ ਕਬਜ਼ਾ ਹੋਵੇ, ਗਵਾਂਢੀ ਦੇ ਘਰ ਤੇ ਵੀ ਹੋਵੇ, ਤੀਜੇ ਤੇ ਵੀ ਹੋਵੇ, ਮੇਰੇ ਕੋਲ 100 ਘਰ ਹੋਣ, ਰਹਿਣਾ ਤੇ ਇੱਕੋ ਘਰ 'ਚ ਹੀ ਹੈ, ਕਬਜ਼ਾ ਮੈਂ 100 ਘਰਾਂ ਤੇ ਕਰ ਰਿਹਾ। ਤੇ ਪੰਛੀ, ਕਦੀ ਪੰਛੀਆਂ ਵੱਲ ਦੇਖੋ, ਇੱਕ ਪੰਛੀ ਤੇ 10 ਫਲ ਹੋਣ ਤੇ 10 ਪੰਛੀ ਆਣ, ਇੱਕ ਫਲ ਤੇ ਬਹਿ ਜਾਂਦੇ ਨੇ। ਕੋਈ ਪੰਛੀ ਇਹ ਨਹੀਂ ਕਹਿੰਦਾ ਵੀ ਇਹ ਟਾਹਣੀ ਮੇਰੀ, ਹੁਣ ਕੋਈ ਇਹ ਦਿਨ ਨਾ ਆਵੇ। ਉਹ ਬਾਕੀ ਪੰਛੀਆਂ ਨਾਲ ਲੜਦਾ ਨਹੀਂ ਹੈ ਕਿ 10 ਦੇ 10 ਫਲ ਟਾਹਣੀ ਦੇ ਮੇਰੇ ਹੀ ਨੇ, ਨਹੀਂ, ਸਾਰੇ ਪੰਛੀ ਇੱਕ ਫਲ ਨਾਲ ਜੁੜ ਜਾਂਦੇ ਨੇ, ਖਾ ਕੇ ਉਡਾਰੀ ਮਾਰ ਜਾਂਦੇ ਨੇ। ਹੁਣ ਇਹ ਬਿਹੰਗਮ ਹੋ ਜਾਂਦਾ ਹੈ, ਪੰਛੀ ਦੀ ਤਰ੍ਹਾਂ ਆਪਣੀ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਦਾ ਹੈ, ਪਰ ਮੋਹ 'ਚ ਫਸ ਕੇ ਉਹਨੂੰ ਫੜਦਾ ਨਹੀਂ ਹੈ। ਜ਼ਿੰਦਗੀ ਜਿਉਂਦਾ ਹੈ ਪਰ ਮੋਹ ਨਹੀਂ ਰਹਿੰਦਾ, ਨਿਸਵਾਰਥ ਹੋ ਕੇ ਜ਼ਿੰਦਗੀ ਜਿਉਂਦਾ ਹੈ। ਭਗਤ ਕਬੀਰ ਜੀ ਨੇ ਆਪਣੇ ਸ਼ਲੋਕਾਂ ਦੇ ਵਿੱਚ ਇੱਕ ਉਦਾਹਰਨ ਦਿੱਤੀ ਸੀ। ਗਿੱਲੇ ਗੁੜ ਉੱਪਰ ਕੁਝ ਮੱਖੀਆਂ ਆ ਕੇ ਬਹਿ ਗਈਆਂ, ਕੁਝ ਮੱਖੀਆਂ ਨੇ ਗੁੜ ਰੱਜ ਕੇ ਖਾਧਾ, ਰੱਜ ਗਈਆਂ, ਉਡਾਰੀ ਮਾਰ ਗਈਆਂ, ਤੇ ਕੁਝ ਮੱਖੀਆਂ ਨੇ ਸੋਚਿਆ ਪਤਾ ਨਹੀਂ ਇਹ ਗੁੜ ਦੁਬਾਰਾ ਮਿਲੇ ਨਾ ਮਿਲੇ, ਉਹ ਮੋਹ 'ਚ ਫਸ ਗਈਆਂ, ਬੈਠੀਆਂ ਰਹੀਆਂ। ਗਿੱਲਾ ਗੁੜ ਸੀ, ਉਸ ਗੁੜ 'ਚ ਫਸ ਗਈਆਂ, ਹੁਣ ਉਡਣਾ ਚਾਹੁੰਦੀਆਂ ਨੇ, ਉਡ ਨਹੀਂ ਸਕਦੀਆਂ। ਗਿੱਲੀ ਗਿੱਲੀ ਰੋਡੜੀ ਭੌਂਦੀ ਭਵ ਭਵ ਆਏ,
जो चाखे से फाथिया उबरे भाग मथाए, ਜਿਹੜੀਆਂ ਖਾ ਕੇ ਲੋੜ ਪੂਰੀ ਕਰਕੇ ਉੱਡ ਗਈਆਂ ਤੇ ਬਚ ਗਈਆਂ, ਜਿਹੜੀਆਂ ਮੋਹ ਕਰਕੇ ਬੈਠੀਆਂ ਰਹੀਆਂ ਫਸ ਗਈਆਂ। ਰਹਿ ਬਿਹੰਗਮ, ਹੁਣ ਉਹ ਮਨੁੱਖ ਜਿਹੜਾ ਗੁਰੂ ਦੇ ਬਚਨਾਂ ਤੇ ਚੱਲ ਕੇ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਗੁਜ਼ਾਰਦਾ ਹੈ, ਉਹ ਨਿਰਮੋਹ ਹੋ ਜਾਂਦਾ ਹੈ ਪੰਛੀ ਦੀ ਤਰ੍ਹਾਂ। जल की पीत पवन का थंबा रकत बूंद का गारा, हाड़ मास नाड़ी को पिंजर पंखी बसे बेचारा, प्राणी क्या मेरा क्या तेरा, जैसे तरवर पंख बसेरा। जिवें पंछी रुख ते बसेरा रहन बसेरा करदा है, रात रह के सवेर नूं उड़ जांदा है, इस तरह ये दुनिया ते रह के निस्वार्थ ही उड़ जांदा है, घर परिवार दे मोह नूं फड़ के नहीं बैठदा। मोह तो उच्चा उठ के वो जिंदगी जिउंदा है, ਉਹਦੀ ਜ਼ਿੰਦਗੀ 'ਚ ਸਵਾਰਥ ਨਹੀਂ ਰਿਹਾ, ਨਿਰਲੇਪ ਹੋ ਗਿਆ, ਵਿਸ਼ੇ ਵਿਕਾਰ ਨਹੀਂ ਰਹੇ। ਇਹ ਨਹੀਂ ਕਿ ਹੁਣ ਉਹ ਕੰਮ ਕਰ ਨਹੀਂ ਕਰਦਾ, ਖੇਤੀਬਾੜੀ ਕਰਦਾ ਹੈ, ਦੁਕਾਨ ਖੋਲਦਾ ਹੈ, ਫੈਕਟਰੀ 'ਚ ਕੰਮ ਕਰਦਾ ਹੈ, ਹੋਰ ਤਰ੍ਹਾਂ ਦੀਆਂ ਨੌਕਰੀਆਂ ਕਰਦਾ ਹੈ, ਉਹਦਾ ਆਂਢ ਗੁਆਂਢ ਨਾਲ ਮਿਲਵਰਤਨ ਹੈ, ਰਿਸ਼ਤੇਦਾਰੀ ਨਾਲ ਵਰਤੋਂ ਵਿਹਾਰ ਕਰਦਾ ਹੈ, ਪਰ ਨਿਰਮੋਹ ਹੋ ਕੇ, ਵਿਕਾਰਾਂ ਤੋਂ ਰਹਿ ਕੇ ਸੱਚੀ ਸੁੱਚੀ ਇਮਾਨਦਾਰੀ ਵਾਲੀ ਜ਼ਿੰਦਗੀ ਜਿਉਂਦਾ ਹੈ। ਧਰਮ ਦੀ ਪਰਿਭਾਸ਼ਾ ਕੀ ਅਸੀਂ ਬੜੀ ਵਾਰ ਵਿਚਾਰ ਚੁੱਕੇ ਹਾਂ, ਸੱਚ ਨੂੰ ਆਧਾਰ ਬਣਾ ਕੇ ਆਪਣੇ ਫਰਜ਼ਾਂ ਨੂੰ ਪੂਰਾ ਕਰਨਾ। ਦੇਖੋ ਕਿੰਨਾ ਸੌਖਾ ਸਾਧਨ ਹੈ। ਏਕੋ ਧਰਮ ਦ੍ਰਿੜ੍ਹ ਸੱਚ ਕੋਈ ਸੱਚ ਨੂੰ ਜ਼ਿੰਦਗੀ 'ਚ ਦ੍ਰਿੜ ਕਰ ਲਵੇ, ਇਹੀ ਇੱਕ ਧਰਮ ਹੈ। ਸੱਚ ਨੂੰ ਦ੍ਰਿੜ ਕਰਕੇ ਆਪਣੇ ਫਰਜ਼ਾਂ ਨੂੰ ਪੂਰਾ ਕਰੇ। ਬੜਾ ਸੌਖਾ ਸਾਧਨ ਹੈ, ਜੇ ਕੋਈ ਅਪਣਾਉਣਾ ਚਾਹੇ ਅਪਣਾ ਸਕਦਾ ਹੈ। ਏਦਾਂ ਜ਼ਿੰਦਗੀ ਜੀਵੀ ਜਾ ਸਕਦੀ ਹੈ, ਸੋਚ ਬਦਲੀ ਜਾ ਸਕਦੀ ਹੈ। ਅੱਜ ਮਨੁੱਖ ਕੋਲ ਸਾਰੀਆਂ ਚੀਜ਼ਾਂ ਨੇ, ਭੋਜਨ ਹੈ, ਕੱਪੜਾ ਹੈ, ਘਰ ਹੈ, ਸਭ ਕੁਝ ਹੈ। ਅੱਜ ਲੋੜ ਸਿਰਫ ਸੋਚ ਬਦਲਣ ਦੀ ਹੈ। ਖੁਸ਼ੀਆਂ ਦੇ ਸਾਧਨ ਚਾਰੇ ਤਰਫ ਮੌਜੂਦ ਨੇ, ਐਸੀ ਕੋਈ ਚੀਜ਼ ਨਹੀਂ ਜਿਹੜੀ ਮਨੁੱਖ ਕੋਲ ਨਾ ਹੋਵੇ। ਸਭ ਕੁਝ ਹੈ, ਸਿਰਫ ਸੋਚ ਬਦਲਣ ਦੀ ਲੋੜ ਹੈ। ਝੂਠ ਨੂੰ ਛੱਡਣ ਦੀ ਲੋੜ ਹੈ, ਈਰਖਾ ਨੂੰ ਛੱਡਣ ਦੀ ਲੋੜ ਹੈ, ਨਫ਼ਰਤ ਨੂੰ ਛੱਡਣ ਦੀ ਲੋੜ ਹੈ। ਤੇ ਜਦੋਂ ਇਹਨਾਂ ਵਿਕਾਰਾਂ ਨੂੰ ਛੱਡ ਕੇ ਨਿਮਰਤਾ, ਮਿੱਠੀ ਜ਼ੁਬਾਨ, ਗਿਆਨ, ਵਿਰਾਗ ਜਾਂ ਜੀਵਨ ਦੇ ਵਿੱਚ ਸੱਚਾਈ, ਇਮਾਨਦਾਰੀ, ਦਇਆ, ਇਹ ਗੁਣ ਆ ਜਾਂਦੇ ਨੇ ਤੇ ਮਨੁੱਖ ਦੀ ਜ਼ਿੰਦਗੀ ਸੱਚੀ ਸੁੱਚੀ ਹੋ ਜਾਂਦੀ, ਆਨੰਦ ਵਾਲੀ ਹੋ ਜਾਂਦੀ ਹੈ। ਸਾਰੀਆਂ ਸਮੱਸਿਆਵਾਂ ਖਤਮ ਹੋ ਸਕਦੀਆਂ ਨੇ। ਕਰਨਾ ਕੀ ਪਏਗਾ? ਰਹਿ ਬਿਹੰਗਮ, ਕਤੈ ਨਾ ਜਾਈ। ਉਹ ਜਿਹੜਾ ਜੀਵ ਹੈ ਗੁਰੂ ਦੇ ਹੁਕਮਾਂ ਮੁਤਾਬਕ ਜ਼ਿੰਦਗੀ ਜਿਉਣ ਵਾਲਾ, ਉਹ ਪੰਛੀ ਦੀ ਤਰ੍ਹਾਂ ਨਿਰਮੋਹ ਹੋ ਕੇ ਰਹਿੰਦਾ ਹੈ। ਤੇ ਪੰਛੀ ਦੀ ਤਰ੍ਹਾਂ ਨਿਰਮੋਹ ਹੋ ਕੇ ਕਤੈ ਨਾ ਜਾਈ, ਵਿਕਾਰਾਂ ਵਾਲੇ ਪਾਸੇ ਤਾਂ ਦੌੜਦਾ ਹੀ ਨਹੀਂ ਹੈ, ਪਦਾਰਥਾਂ ਦੇ ਮੋਹ ਵਾਲੇ ਪਾਸੇ ਜਾਂਦਾ ਹੀ ਨਹੀਂ ਹੈ। ਅਗਹਿ ਗਹਿ, ਗਹਿ ਗਗਨ ਰਹਾਈ। ਅਗਹਿ ਮੈਨੇ, ਗਹਿ ਦਾ ਅਰਥ ਹੁੰਦਾ ਫੜਿਆ ਜਾਣਾ, ਤੇ ਅੱਗੇ ਲੱਗ ਗਿਆ ਐੜਾ ਅਗਹਿ, ਜਿਹੜਾ ਫੜਿਆ ਨਾ ਜਾਏ, ਜਿਹਨੂੰ ਖਾਣਾ ਨਾ ਬਣਾਇਆ ਜਾ ਸਕੇ, ਜਿਹਨੂੰ ਖਾਦਾ ਨਾ ਜਾਏ। ਉਹ ਪ੍ਰਭੂ ਜਿਹੜਾ ਜਿਹਨੂੰ ਮਾਇਆ ਗਰਸ ਨਹੀਂ ਸਕਦੀ, ਮਾਇਆ ਖਾ ਨਹੀਂ ਸਕਦੀ, ਮਾਇਆ ਫੜ ਨਹੀਂ ਸਕਦੀ, ਅਗਹਿ, ਉਹ ਪ੍ਰਭੂ ਅਗਹਿ ਹੈ। ਗਹਿ, ਜਿਹਨੂੰ ਮਾਇਆ ਗਰਸ ਨਹੀਂ ਸਕਦੀ, ਉਸ ਪ੍ਰਭੂ ਨੂੰ ਆਪਣੇ ਅੰਦਰ ਫੜ ਲੈਂਦਾ, ਮੈਨੇ ਵਸਾ ਲੈਂਦਾ ਹੈ। ਗਹਿ ਕੇ, ਫੜ ਕੇ, ਅੰਦਰ ਵਸਾ ਕੇ। ਗਹਿ ਗਗਨ ਰਹਾਈ, ਗਹਿ ਕੇ ਉਹਨੂੰ ਗਗਨ ਰਹਾਈ ਮੈਨੇ ਆਤਮਿਕ ਮੰਡਲਾਂ ਦੀਆਂ ਉਚਾਈਆਂ ਦੇ ਵਿੱਚ ਉਡਾਰੀਆਂ ਮਾਰਦਾ ਹੈ। ਗਗਨ ਮੈਨੇ ਆਕਾਸ਼। ਜਿਵੇਂ ਉਹ ਪੰਛੀ ਜਿਹੜਾ ਹੈ ਬਿਹੰਗਮ, ਉਹ ਰੁੱਖ ਤੇ ਰਾਤ ਕੱਟ ਲੈਂਦਾ ਹੈ, ਸਵੇਰ ਹੁੰਦੀ ਹੈ ਰੁੱਖ ਛੱਡ ਕੇ ਅਸਮਾਨਾਂ 'ਚ ਉੱਡ ਜਾਂਦਾ ਹੈ। ਇਸੇ ਤਰ੍ਹਾਂ ਇਹ ਜੀਵ ਸੰਸਾਰਕ ਪਦਾਰਥਾਂ ਨੂੰ ਮਾਣਦਾ ਹੈ, ਪਰ ਪਦਾਰਥਾਂ ਨੂੰ ਮਾਣਦਿਆਂ ਹੋਇਆਂ ਰੱਬੀ ਮੰਡਲਾਂ 'ਚ ਨਿਰਮੋਹ ਹੋ ਕੇ ਉਡਾਰੀਆਂ ਮਾਰਦਾ ਹੈ। ਉਹਦੀ ਸੋਚ ਉੱਚੀ ਹੋ ਜਾਂਦੀ ਹੈ। ਇਸ ਤਰ੍ਹਾਂ ਕਹਿ ਲਓ, ਜਿਸ ਪ੍ਰਭੂ ਨੂੰ ਜਗਤ ਦੀ ਮਾਇਆ ਗਰਸ ਨਹੀਂ ਸਕਦੀ, ਜਿਹੜਾ ਪ੍ਰਭੂ ਪਹੁੰਚ ਤੋਂ ਪਰੇ ਹੈ, ਅਪਹੁੰਚ ਹੈ, ਅਗਹਿ ਹੈ। ਗਹਿ ਗਗਨ ਰਹਾਈ, ਰੱਬੀ ਪਿਆਰਾ ਜਿਹੜਾ ਹੈ ਉਹਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ, ਆਪਣੀ ਸੁਰਤ ਨੂੰ ਪ੍ਰਭੂ ਚਰਨਾਂ ਵਿੱਚ ਜੋੜ ਲੈਂਦਾ ਹੈ, ਆਪਣੀ ਸੁਰਤ ਉੱਚੀ ਕਰ ਲੈਂਦਾ ਹੈ, ਉੱਚੀਆਂ ਉਡਾਰੀਆਂ ਲਗਾਉਂਦਾ ਹੈ, ਪ੍ਰਭੂ ਨਾਲ ਪ੍ਰੇਮ ਬਣਾ ਲੈਂਦਾ ਹੈ, ਆਪਣੀ ਸੁਰਤੀ ਨੂੰ ਰੱਬੀ ਗੁਣਾਂ 'ਚ ਜੋੜੀ ਰੱਖਦਾ ਹੈ। ਫਿਰ ਕੀ ਹੁੰਦਾ ਹੈ? ਸੌਖੇ ਸ਼ਬਦਾਂ 'ਚ ਮੈਂ ਕਹਿ ਦਿਆਂ, ਜੋ ਮਨੁੱਖ ਗੁਣਾਂ ਨੂੰ ਹਿਰਦੇ ਵਿੱਚ ਧਾਰਨ ਕਰ ਲਏ, ਸਤ ਸੰਤੋਖ ਗਿਆਨ ਵਿਰਾਗ ਨਾਲ ਆਪਣੇ ਆਪ ਨੂੰ ਜੋੜੀ ਰੱਖਦਾ ਹੈ, ਉਹਦੀ ਸੋਚ ਉੱਚੀ ਹੋ ਜਾਂਦੀ ਹੈ, ਉਹਦੀ ਸੋਚ ਵਿੱਚ ਕਦੀ ਗਿਰਾਵਟ ਨਹੀਂ ਆਉਂਦੀ, ਉਹਦੀ ਸੋਚ ਫਿਰ ਮਹਾਨ ਬਣ ਜਾਂਦੀ ਹੈ। ਭਾਵ ਪ੍ਰਭੂ ਦੀ ਸੋਚ ਗੁਰੂ ਦੇ ਗਿਆਨ ਰਾਹੀਂ ਪ੍ਰਾਪਤ ਹੁੰਦੀ ਹੈ, ਤੇ ਗੁਰੂ ਦਾ ਗਿਆਨ ਰੱਬੀ ਗੁਣਾਂ ਨੂੰ ਜੀਵਨ ਵਿੱਚ ਪ੍ਰਗਟ ਕਰਦਾ ਹੈ। ਉਹਨਾਂ ਰੱਬੀ ਗੁਣਾਂ ਨੂੰ ਜੀਵਨ ਵਿੱਚ ਧਾਰ ਕੇ
ਜਦੋਂ ਸਾਡੀ ਸੋਚ ਉੱਚੀ ਹੋ ਜਾਂਦੀ ਹੈ, ਉਹ ਸੋਚ ਫਿਰ ਕਦੀ ਮਰਦੀ ਨਹੀਂ ਹੈ। ਅੱਜ ਦੇ ਇਹਨਾਂ ਬਚਨਾਂ ਦੇ ਵਿੱਚ ਇੰਨਾ ਹੀ ਕਿ ਅਸੀਂ ਉਸ ਪਦਵੀ ਤੇ ਪਹੁੰਚਣਾ ਹੈ ਜਿਸ ਪਦਵੀ ਤੋਂ, ਜਿਸ ਕੁਰਸੀ ਤੋਂ ਦੁਨੀਆ ਦੀ ਕੋਈ ਤਾਕਤ ਲਾ ਨਾ ਸਕੇ। ਉਹ ਹੈ ਆਨੰਦ ਦੀ ਕੁਰਸੀ, ਰੱਬੀ ਗੁਣਾਂ ਦੀ ਕੁਰਸੀ, ਰੱਬੀ ਰਜ਼ਾ 'ਚ ਜ਼ਿੰਦਗੀ ਜਿਉਣ ਦੀ ਪਦਵੀ। ਉਸ ਪਦਵੀ ਨੂੰ ਕੋਈ ਲਾ ਨਹੀਂ ਸਕਦਾ, ਕੋਈ ਖੋ ਨਹੀਂ ਸਕਦਾ ਉਹ ਕੁਰਸੀ। ਦੇਖੋ, ਇਸ ਪੰਜਾਬ ਦਾ ਮੁੱਖ ਮੰਤਰੀ ਹੋਵੇ ਜਾਂ ਭਾਰਤ ਦਾ ਪ੍ਰਧਾਨ ਮੰਤਰੀ ਹੋਵੇ, ਰਾਸ਼ਟਰਪਤੀ ਹੋਵੇ, ਅਮੀਰ ਤੋਂ ਅਮੀਰ ਆਦਮੀ ਹੋਵੇ, ਜਿਹਦੇ ਕੋਲ ਜਿੰਨਾ ਮਰਜ਼ੀ ਪੈਸਾ ਹੋਵੇ, ਧਨ ਦੌਲਤ, ਸ਼ੋਹਰਤ, ਇੱਜ਼ਤ, ਪਦਵੀ ਹੋਵੇ, ਪਰ ਉਹ ਭਗਤ ਪੂਰਨ ਸਿੰਘ ਦੀ ਕੁਰਸੀ ਨਹੀਂ ਖੋ ਸਕਦੇ। ਜਿਹੜੀ ਅਵਸਥਾ ਤੇ ਭਗਤ ਪੂਰਨ ਸਿੰਘ ਪਹੁੰਚ ਗਏ ਨਾ, ਭਗਤ ਪੂਰਨ ਸਿੰਘ ਦੀ ਪਦਵੀ ਨਹੀਂ ਖੋਈ ਜਾ ਸਕਦੀ। ਵੱਡੇ ਤੋਂ ਵੱਡਾ ਦੇਸ਼ ਦਾ ਬਾਦਸ਼ਾਹ ਵੀ ਭਗਤ ਪੂਰਨ ਸਿੰਘ ਦੀ ਪਦਵੀ ਨਹੀਂ ਖੋ ਸਕਦਾ। ਉਸ ਉਚਾਈ ਤੇ ਪਹੁੰਚ ਕੇ ਭਗਤ ਪੂਰਨ ਸਿੰਘ, ਜਿਸ ਉਚਾਈ ਤੋਂ ਉਹਨਾਂ ਦੀ ਕੁਰਸੀ ਤੋਂ ਉਹਨੂੰ ਡਿੱਗਿਆ ਨਹੀਂ ਜਾ ਸਕਦਾ। ਜਿਸ ਮਨੁੱਖ ਦੀ ਜ਼ਿੰਦਗੀ 'ਚ ਇਮਾਨਦਾਰੀ ਆ ਜਾਂਦੀ ਹੈ, ਪ੍ਰੇਮ ਪੈਦਾ ਹੋ ਜਾਂਦਾ ਹੈ, ਸੱਚਾਈ ਆ ਜਾਂਦੀ ਹੈ, ਜਿਸ ਮਨੁੱਖ ਦੀ ਜ਼ਿੰਦਗੀ 'ਚ ਨਿਮਰਤਾ ਆ ਜਾਂਦੀ ਹੈ, ਦਇਆ ਆ ਜਾਂਦੀ ਹੈ, ਖਿਮਾ ਆ ਜਾਂਦੀ ਹੈ, ਸਹਿਨਸ਼ੀਲਤਾ ਆ ਜਾਂਦੀ ਹੈ, ਉਹ ਉਸ ਪਦਵੀ ਤੇ ਪਹੁੰਚ ਜਾਂਦਾ ਹੈ ਜਿੱਥੋਂ ਦੁਨੀਆ ਦੇ ਲੋਕ ਉਹਨੂੰ ਲਾ ਹੀ ਨਹੀਂ ਸਕਦੇ। ਆਤਮਿਕ ਉਚਾਈ ਤੇ ਪਹੁੰਚ ਕੇ ਉਹ ਅਬਨਾਸ਼ੀ, ਅਟਲ ਹੋ ਜਾਂਦਾ ਹੈ। ਤੇ ਦੂਜਾ, ਆਤਮਿਕ ਉਡਾਰੀਆਂ ਮਾਰਦਾ ਹੈ, ਰੱਬੀ ਗਗਨ ਵਿੱਚ ਪਹੁੰਚ ਜਾਂਦਾ ਹੈ, ਭਾਵ ਉਹਦੀ ਸੁਰਤ ਉੱਚੀ ਤੇ ਮਹਾਨ ਹੋ ਜਾਂਦੀ ਹੈ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲਾਂ ਖਿਮਾ ਕਰਨੀਆਂ, ਮਿਲ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।